चिंतन कर रहे सां जो जपजी साहिब बाणी दियां लड़ीवार विचारां रोजाना आप संगतां गुरु दरबार अंदर जुड़ करके और अपने अपने घरां विच बैठ करके इस स्थान तो सरवण करदियां हो चल रही लड़ीवार गुरबाणी विचारां दे नाल आपां सांझ पाईए। विचारां नूं आरंभण तो पहलां सतगुरु धन गुरु ग्रंथ साहिब जी कृपा करन, अपना मेहर भरिया हथ सिर ते रखण। मालक पातशाह जी आप रसना उत्ते वरत के अपनी बाणी अपने शब्द दी विचार करवा लैण और आप सरबत संगत बख्शो असीस। कोई रसना वांझी ना रहे, दोवें हथ जोड़ अपनियां मन बिरतियां एकाग्र करदियां लवाओ गुरु चरनां विच हाजरी। अदब सहित सरबत संगत मिल करके उचारण करो जी सतनाम श्री वाहिगुरु साहिब जी। एक बार फिर करो रसनावां पवित्र और मिलके आखो जी सतनाम श्री वाहिगुरु साहिब जी। वाहिगुरु साहिब जी। जप जी साहिब कवण सुवेला वक्त कवण कवण चित कवण वार कवण से रति माह कवण जित हुआ आकार जिस पावन शब्द का पाठ आप संगत ने बड़े अदब सत्कार दे नाल मानयोग भाई साहब होरां पासों सरवण कीता है। ये पावन वचन धन गुरु नानक देव साहिब जी के मुखार बिंद तो उचारण कीते हुए जपजी साहिब बाणी दे अंदर 21 नंबर पौड़ी के रूप विच सुभाईमान ने। इस पौड़ी दे विच सतगुरु जी ने सब तो पहला जदों जिक्र किया उदों धार्मिक कर्मां नूं लैकर के सतगुरु जी समझाउंदे ने, जिहदे विच मालक जी ने तीर्थां दी तपां दी दयालता या दानी पुरुषां दी गल कीती और नाल फिर सतगुरु जी ये भी आखदे ने कि उन्ना चिर जिन्ना चिर असीं अपने धर्म के पैरोकार के दर्शाए मार्ग नूं सुन करके मन नहीं लेंदे, उन्ना चिर साडा तीर्थां दे कीता इशनान तप कीते दया कीती दान कीता कोई बहुता फल सानूं नहीं दवा सकदा। साहिब ने जिक्र करदे आख्या सुनिया मन्निया मन कीता भाओ अंतरगत तीरथ मल नाओ। फिर सब गुण तेरे मैं नाही कोई बिन गुण कीते भगत ना होए। स्वस्थ आठ बाणी भरमाओ सत सुहान सदा मन चाओ। इत्थों तक विचारां आप संगतां ने कल दे दीवाना विच सरवण कीतियां सी।
ਅੱਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਗਲਾ ਜਿਹੜਾ ਸਿੱਖਿਆ ਰੂਪ ਵਜੋਂ ਸਿਧਾਂਤ ਸਾਡੀ ਝੋਲੀ ਵਿੱਚ ਪਾਏ, ਉਹਦੇ ਵਿੱਚ ਮਾਲਕ ਜੀ ਨੇ ਸੰਸਾਰ ਦੀ ਨਾ ਇੱਕ ਭਰਮ ਨੂੰ ਤੋੜਿਆ। ਕਿਉਂਕਿ ਭਰਮ ਜਿੰਨੀ ਛੇਤੀ ਟੁੱਟ ਜਾਏ ਓਨਾ ਭਲਾ ਹੈ, ਤੇ ਗੁਰੂ ਨਾਨਕ ਸਾਹਿਬ ਨੇ ਉਸ ਭਰਮ ਨੂੰ ਤੋੜਦਿਆਂ ਹੋਇਆਂ ਅੱਜ ਸਮਾਜ ਦੇ ਵਿੱਚ ਧਰਤੀ ਨੂੰ ਲੈ ਕਰਕੇ, ਬ੍ਰਹਿਮੰਡ ਨੂੰ ਲੈ ਕਰਕੇ, ਰੱਬ ਦੀਆਂ ਬਣਾਈ ਕੁਦਰਤ ਨੂੰ ਲੈ ਕਰਕੇ ਕਈ ਤਰ੍ਹਾਂ ਦੇ ਸਵਾਲ ਨੇ। ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਤੇ ਇਹੀ ਹੁੰਦਾ ਹੈ ਕਿ ਧਰਤੀ ਕਦੋਂ ਬਣੀ, ਜਾਂ ਧਰਤੀ ਦੀ ਸਿਰਜਣਾ ਕਦੋਂ ਹੋਈ। ਸਕੂਲਾਂ ਕਾਲਜਿਸ ਦੇ ਵਿੱਚ ਜਦੋਂ ਪੜ੍ਹਾਇਆ ਜਾਂਦਾ ਤੇ ਉਦੋਂ ਸਾਇੰਸ ਪੜ੍ਹਾਉਂਦਿਆਂ ਇਹੀ ਕਹਿ ਦਿੱਤਾ ਜਾਂਦਾ ਹੈ ਕਿ ਕਈ ਹਜ਼ਾਰਾਂ ਕਰੋੜਾਂ ਸਾਲ ਪਹਿਲਾਂ ਧਰਤੀ ਦੀ ਸਿਰਜਣਾ ਹੋਈ। ਕੀ ਸਮਾਂ ਸੀ ਨਹੀਂ ਪਤਾ, ਵਕਤ ਕਿਹੜਾ ਸੀ ਨਹੀਂ ਪਤਾ, ਕਿਹੜੀ ਥਿਤ ਸੀ ਇਸ ਗੱਲ ਦੀ ਵੀ ਕੋਈ ਸੋਝੀ ਨਹੀਂ, ਤੇ ਕਿਹੜਾ ਵਾਰ ਸੀ, ਕਿਹੜਾ ਦਿਨ ਸੀ, ਗਿਆਨ ਇਸ ਗੱਲ ਦਾ ਵੀ ਨਹੀਂ ਹੈ। ਇਸ ਸਵਾਲ ਰੂਪ ਵਜੋਂ ਗੁਰੂ ਨਾਨਕ ਸਾਹਿਬ ਨੇ ਨਾ ਇੱਕ ਬਾਤ ਸਾਡੇ ਸਾਹਮਣੇ ਰੱਖੀ, ਭਾਈ ਜੇ ਦੁਨੀਆ ਮੰਨਦੀ ਹੈ ਕਿ ਧਰਤੀ ਨੂੰ ਬਣਾਇਆ ਗਿਆ, ਧਰਤੀ ਨੂੰ ਫਲਾਣੇ ਦਿਨ ਫਲਾਣਾ ਸਮਾਂ, ਕਿਉਂਕਿ ਜਿਸ ਵੀ ਵਸਤੂ ਦੀ ਸਿਰਜਣਾ ਹੋਏਗੀ ਪਹਿਲੋਂ ਉਹਦੇ ਬਣਾਉਣ ਦੀ, ਉਸ ਵਸਤੂ ਨੂੰ ਬਣਾਉਣ ਦਾ ਕੰਮ ਕਦੋਂ ਸ਼ੁਰੂ ਹੋਇਆ ਉਹਦਾ ਜ਼ਿਕਰ ਕੀਤਾ ਜਾਂਦਾ, ਫਿਰ ਕਿੰਨਾ ਸਮਾਂ ਉਹਨੂੰ ਬਣਾਉਣ ਵਾਸਤੇ ਲੱਗਾ ਉਹਦਾ ਜ਼ਿਕਰ ਕੀਤਾ ਜਾਂਦਾ ਹੈ। ਉਹਦੇ ਤੋਂ ਬਾਅਦ ਵਿੱਚ ਕਿਤਨਾ ਸਮੇਂ ਬਾਅਦ ਬਣ ਕੇ ਉਹ ਤਿਆਰ ਹੋ ਗਈ, ਜਿਸ ਦਿਨ ਉਹ ਵਸਤੂ ਤਿਆਰ ਹੋਈ ਹੈ ਫਿਰ ਉਹ ਸਮਾਂ ਦੱਸਿਆ ਜਾਂਦਾ ਹੈ। ਕੇਵਲ ਉਹ ਸਮਾਂ ਨਹੀਂ ਦੱਸਿਆ ਜਾਂਦਾ, ਫਿਰ ਐਕਸਪਾਇਰੀ ਡੇਟ ਉਹਦੀ ਕੀ ਹੈ, ਉਹਨੇ ਕਦੋਂ ਮੁੱਕ ਜਾਣਾ ਹੈ ਜਾਂ ਕਦੋਂ ਉਹਨੇ ਢਹਿ ਜਾਣਾ ਹੈ, ਕਦੋਂ ਉਹਨੇ ਖਤਮ ਹੋ ਜਾਣਾ, ਫਿਰ ਉਹ ਤਰੀਕ ਵੀ ਦੱਸੀ ਜਾਂਦੀ ਵੀ ਆਹ ਦਿਨ ਹੈ ਭਾਈ, ਇੰਨਾ ਕੁ ਸਮਾਂ ਇਸ ਵਸਤੂ ਨੇ ਕੱਢ ਜਾਣਾ ਹੈ। ਉਹ ਸਾਰਾ ਕੁਝ ਦੱਸਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਰੱਬ ਦੀ ਬਣਾਈ ਇਸ ਕੁਦਰਤ ਦੀ ਗੱਲ ਕੀਤੀ, ਕਿਉਂਕਿ ਕੁਦਰਤ ਨੂੰ ਲੈ ਕੇ ਵੀ ਨਾ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ, ਕਈ ਤਰ੍ਹਾਂ ਦੇ ਸ਼ੰਕੇ ਵੀ ਨੇ, ਪਰ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਇਸ ਸਿਧਾਂਤ ਨੂੰ ਸਮਝਾਉਂਦਿਆਂ ਸਾਨੂੰ ਸਿੱਖਿਆ ਦਿੱਤੀ ਵੀ ਭਾਈ ਰੱਬ ਜਿਹੜਾ ਹੈ ਨਾ, ਅਕਾਲ ਪੁਰਖ ਜਿਹੜਾ ਜਾਂ ਉਹਦੀ ਬਣਾਈ ਕੁਦਰਤ ਹੈ, ਉਹ ਖੁਦ ਆਪ ਜਾਣਦਾ ਕਿ ਉਹਨੇ ਕਦੋਂ ਬਣਾਈ ਹੈ। ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਇਸ ਸਮਾਜ ਨੂੰ, ਇਸ ਸੰਸਾਰ ਨੂੰ ਬਣਾਉਣ ਵਾਲਾ ਜਾਂ ਬ੍ਰਹਿਮੰਡ ਨੂੰ ਬਣਾਉਣ ਵਾਲਾ ਹੈ, ਗਲੈਕਸੀਆਂ ਬਣਾਉਣ ਵਾਲਾ ਹੈ, ਆਕਾਸ਼, ਚੰਦਰਮਾ, ਧਰਤੀ, ਸੂਰਜ ਸਭ ਕੁਝ ਬਣਾਉਣ ਵਾਲਾ, ਉਹ ਜਿੰਨੇ ਬਣਾਇਆ ਉਹ ਖੁਦ ਜਾਣਦਾ ਕਿ ਉਹਨੇ ਧਰਤੀ ਕਦੋਂ ਬਣਾਈ, ਕਿੰਨਾ ਸਮਾਂ ਲਾਇਆ, ਜਾਂ ਉਹਨੇ ਕਿੰਨੇ ਸਮੇਂ ਵਿੱਚ ਬਣਾਈ, ਕਿੰਨਾ ਸਮਾਂ ਇਹ ਧਰਤੀ ਹੁਣ ਰਹੇਗੀ, ਜਾਂ ਸੂਰਜ ਕਿੰਨਾ ਸਮਾਂ ਹੈ, ਚੰਦਰਮਾ ਕਿੰਨਾ ਸਮਾਂ। ਉਹ ਸਾਰਾ ਕੁਝ ਉਹ ਅਕਾਲ ਪੁਰਖ ਪਰਮੇਸ਼ਵਰ ਆਪ ਜਾਣਦਾ ਹੈ। ਸੰਸਾਰ ਇਸ ਗੱਲ ਨੂੰ ਕਦੇ ਨਹੀਂ ਸਮਝ ਸਕਦਾ ਕਿ ਉਦੋਂ ਵਕਤ ਕਿਹੜਾ ਸੀ, ਉਦੋਂ ਸਮਾਂ ਕਿਹੜਾ ਸੀ, ਉਦੋਂ ਥਿਤ ਕਿਹੜੀ ਸੀ ਤੇ ਉਦੋਂ ਵਾਰ ਕਿਹੜਾ ਸੀ, ਜਦੋਂ ਉਹ ਸਿਰਜਣਾ ਸਿਰਜ ਰਿਹਾ। ਕਿਉਂਕਿ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ, ਜਿੱਥੇ ਸਤਿਗੁਰੂ ਜੀ ਨੇ ਇਹ ਬਚਨ ਕੀਤਾ ਸੀ ਵੀ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਉਹ ਅਕਾਲ ਪੁਰਖ ਪਰਮੇਸ਼ਵਰ ਨੇ ਸਾਰੇ ਦਾ ਸਾਰਾ ਪਸਾਰਾ ਜਿਹੜਾ ਇੱਕ ਕਵਾਓ ਦੇ ਨਾਲ ਕੀਤਾ, ਇੱਕ ਹੁਕਮ ਦੇ ਨਾਲ ਕੀਤਾ, ਔਰ ਉਹਦਾ ਉਹ ਹੁਕਮ ਜਿਹੜਾ ਉਹ ਸਭਨਾਂ ਦੇ ਸਿਰ ਉੱਤੇ ਵਰਤ ਰਿਹਾ ਹੈ, ਤੇ ਉਹਦੇ ਹੁਕਮ ਅਨੁਸਾਰੀ ਹਰ ਇੱਕ ਜੀਵ ਨੂੰ, ਹਰ ਇੱਕ ਬਣਾਈ ਉਹਦੀ ਵਸਤੂ ਨੂੰ ਚੱਲਣਾ ਪੈਂਦਾ ਹੈ। ਤੇ ਜੇ ਧਰਤੀ ਦੀ ਵੀ ਗੱਲ ਕਰਾਂਗੇ ਤੇ ਫਿਰ ਧਰਤੀ ਵੀ ਤੇ ਉਹਦੇ ਹੁਕਮ ਵਿੱਚ ਹੀ ਬਣੀ ਹੈ ਨਾ, ਉਹ ਖੁਦ ਜਾਣਦਾ ਕਿ ਉਹਨੇ ਕਦੋਂ ਹੁਕਮ ਕੀਤਾ ਤੇ ਕਦੋਂ ਧਰਤੀ ਬਣੀ। ਇਹ ਕੇਵਲ ਸਮਾਜ ਵਿੱਚ ਭਰਮ ਹੈ ਵੀ ਇੱਕ ਦਿਨ ਰੱਬ ਨੇ ਧਰਤੀ ਬਣਾਉਣ ਨੂੰ ਲਾਇਆ, ਜਾਂ ਇੱਕ ਦਿਨ ਫਿਰ ਉਹਦੇ ਉੱਤੇ ਜੀਵ ਪੈਦਾ ਕਰਨ ਨੂੰ ਲਾਏ, ਫਿਰ ਇੱਕ ਦਿਨ ਉਹਨੇ ਜਾਨਵਰ ਬਣਾਏ, ਇੱਕ ਦਿਨ ਉਹਨੇ ਪਸ਼ੂ ਬਣਾਏ, ਇੱਕ ਦਿਨ ਪੰਛੀ ਬਣਾਏ, ਇੱਕ ਦਿਨ ਉਹਨੇ ਪਹਾੜ ਬਣਾਏ, ਫਿਰ ਇੱਕ ਦਿਨ ਉਹਨੇ ਨਦੀਆਂ ਨਾਲੇ ਬਣਾਏ, ਇੱਕ ਦਿਨ ਉਹਨੇ ਪੇੜ ਪੌਦੇ ਬਣਾਏ। ਇਹ ਸਾਰੀਆਂ ਚੀਜ਼ਾਂ ਸਿਰਫ ਇੱਕ ਮਨੌਤ ਹੈ। ਤੇ ਜੇ ਕਿਉਂਕਿ ਇਨਸਾਨ ਨੇ ਨਾ
ਅਕਸਰ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕਰੀਦੀ ਹੈ ਕਿ ਸਾਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਨਾ ਸੰਸਾਰੀ ਬਣਾ ਕੇ ਭੇਜਿਆ, ਮਤਲਬ ਸਾਨੂੰ ਇਨਸਾਨ ਬਣਾ ਕੇ ਭੇਜਿਆ ਉਹਨੇ। ਤੇ ਜਦੋਂ ਇਸ ਸੰਸਾਰ ਤੇ ਭੇਜਿਆ ਤੇ ਉਹਨੇ ਸਾਨੂੰ ਸੰਸਾਰ ਦੇ ਉੱਤੇ ਸੰਸਾਰਕ ਨਜ਼ਰੀਆ ਦੇ ਕੇ ਭੇਜਿਆ। ਅਸੀਂ ਜਿਹਨੂੰ ਵੀ ਵੇਖਦੇ ਹਾਂ ਉਹਨੂੰ ਸੰਸਾਰਕ ਨਜ਼ਰੀਏ, ਦੁਨਿਆਵੀ ਨਜ਼ਰੀਏ ਨਾਲ ਵੇਖਦੇ ਹਾਂ। ਤੇ ਦੁਨਿਆਵੀ ਨਜ਼ਰੀਏ ਨਾਲ ਵੇਖਦਿਆਂ ਦੁਨੀਆ ਨੂੰ ਵੇਖੀਏ ਤੇ ਚੰਗੀ ਗੱਲ ਹੈ, ਦੁਨੀਆ ਨੂੰ ਦੁਨਿਆਵੀ ਨਜ਼ਰੀਏ ਨਾਲ ਵੇਖੀਏ ਤੇ ਭਲੀ ਬਾਤ ਹੈ। ਪਰ ਅਫਸੋਸ ਇਸ ਗੱਲ ਦਾ ਵੀ ਅਸੀਂ ਰੱਬ ਨੂੰ ਵੀ ਨਾ ਉਸੇ ਦੁਨਿਆਵੀ ਨਜ਼ਰੀਏ ਨਾਲ ਵੇਖਦੇ ਹਾਂ ਜਿਹਦੇ ਨਾਲ ਅਸੀਂ ਦੁਨੀਆ ਨੂੰ ਵੇਖਦੇ ਹਾਂ। ਜਿਵੇਂ ਕੋਈ ਵਸਤੂ ਬਣਾਉਣ ਲੱਗਾ ਇਨਸਾਨ ਹੈ, ਅਸੀਂ ਉਹਨੂੰ ਵੇਖਿਆ ਭਾਈ ਇਹਨੇ ਇਹ ਵਸਤੂ ਨੂੰ ਬਣਾਉਣ ਲੱਗਿਆ ਨਾ ਕੁਝ ਸਮਾਂ ਲਾਇਆ, ਕੋਈ ਪਲ, 2 ਪਲ, 4 ਪਲ, 10 ਪਲ ਉਹਨੇ ਉਹ ਵਸਤੂ ਬਣਾਉਣ ਲੱਗਿਆ ਲਾਏ ਨੇ। ਅਸੀਂ ਇਹੀ ਅੰਦਾਜ਼ਾ ਲਾ ਕੇ ਬੈਠ ਗਏ ਵੀ ਰੱਬ ਨੇ ਵੀ ਏਦਾਂ ਹੀ ਕੀਤਾ ਹੋਣਾ। ਜਦੋਂ ਰੱਬ ਨੇ ਧਰਤੀ ਬਣਾਈ ਉਹਨੂੰ ਵੀ ਤੇ ਸਮਾਂ ਲੱਗਾ ਹੀ ਹੋਣਾ ਨਾ। ਤੇ ਉਹਨੇ ਪਹਿਲਾਂ ਧਰਤੀ ਬਣਾਈ, ਫਿਰ ਮਨੁੱਖ ਨੇ ਇੱਕ ਵਸਤੂ ਬਣਾਉਣੀ ਹੋਵੇ ਉਹਨੂੰ ਇੱਕ ਵਸਤੂ ਬਣਾਉਣ ਵਾਸਤੇ ਬੜਾ ਸਮਾਂ ਲੱਗਦਾ ਹੈ। ਅਸੀਂ ਫੇਰ ਅੰਦਾਜ਼ਾ ਲਾ ਲਿਆ ਵੀ ਰੱਬ ਨੇ ਫਿਰ ਬੰਦੇ ਬਣਾਏ ਹੋਣੇ। ਫਿਰ ਅੰਦਾਜ਼ਾ ਲਾਇਆ ਨਹੀਂ, ਰੱਬ ਨੇ ਬੰਦੇ ਬਣਾਉਣ ਤੋਂ ਬਾਅਦ ਰੱਬ ਨੇ ਪਸ਼ੂ ਬਣਾਏ ਹੋਣੇ। ਪਸ਼ੂਆਂ ਨੂੰ ਬਣਾਉਣ ਤੋਂ ਬਾਅਦ ਵਿੱਚ ਰੱਬ ਪੰਛੀ ਬਣਾਉਂਦਾ ਰਿਹਾ। ਉਦੋਂ ਬਾਅਦ 'ਚ ਉਹਨੇ ਸਾਰੀ ਬਨਸਪਤੀ ਨੂੰ ਸਿਰਜਿਆ। ਫਿਰ ਉਹਨੇ ਪਹਾੜ ਪੌਦੇ, ਜਿਹੜੇ ਪਹਾੜ ਨੇ ਜਾਂ ਘਾਟੀਆਂ ਨੇ ਉਹਨਾਂ ਦੀ ਸਿਰਜਣਾ ਕੀਤੀ। ਫਿਰ ਉਹਨੇ ਪਾਣੀ ਦਾ ਪ੍ਰਬੰਧ ਕੀਤਾ। ਇਹ ਸਾਰੀਆਂ ਚੀਜ਼ਾਂ ਅਸੀਂ ਇਹ ਮੰਨ ਕੇ ਬੈਠ ਗਏ ਵੀ ਇੱਕ ਇੱਕ ਦਿਨ ਲਾ ਕੇ ਰੱਬ ਨੇ ਸਾਰਾ ਕੁਝ ਬਣਾਇਆ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਉਹ ਅਕਾਲ ਪੁਰਖ ਪਰਮੇਸ਼ਵਰ ਦਾ ਕੀਤਾ ਹੋਇਆ ਪਸਾਰਾ ਉਹਦੇ ਇੱਕ ਹੁਕਮ ਵਿੱਚ ਹੈ ਤੇ ਉਹਨੇ ਕਦੋਂ ਕਿਸ ਪਸਾਰੇ ਨੂੰ ਕਿਵੇਂ ਸਿਰਜਿਆ ਹੈ ਉਹ ਖੁਦ ਜਾਣਦਾ। ਉਹਦੇ ਤੋਂ ਇਲਾਵਾ ਇਸ ਗੱਲ ਨੂੰ ਅੱਜ ਤੱਕ ਨਾ ਕੋਈ ਸਮਝ ਸਕਿਆ ਨਾ ਕੋਈ ਜਾਣ ਸਕਿਆ। ਫਿਰ ਬਕਾਇਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕਵਣ ਸੋ ਵੇਲਾ, ਵੇਲਾ ਮਤਲਬ ਸਮਾਂ, ਵਕਤ, ਟਾਈਮ। ਕਵਣ ਕਿਹੜਾ ਸੀ ਉਦੋਂ ਵੇਲਾ ਤੇ ਕਿਹੜਾ ਸੀ ਵਕਤ। ਕਵਣ ਥਿਤ, ਥਿਤ ਮਤਲਬ ਤਰੀਕ ਕਿਹੜੀ ਸੀ, ਵੀ ਉਹਦੀ ਤਰੀਕ ਕਿਹੜੀ ਸੀ ਜਿਸ ਦਿਨ ਰੱਬ ਸਿਰਠੀ ਨੂੰ ਸਾਜ ਰਿਹਾ, ਸ੍ਰਿਸ਼ਟੀ ਦੀ ਸਿਰਜਣਾ ਕਰ ਰਿਹਾ। ਵਾਰ ਜਿਹੜੇ ਅਸੀਂ ਦਿਨ ਕਹਿੰਦੇ ਆ, ਡੇਜ਼, ਵੀ ਕਿਹੜਾ ਵਾਰ ਸੀ, ਸੋਮਵਾਰ ਸੀ, ਮੰਗਲਵਾਰ ਸੀ ਜਾਂ ਬੁੱਧਵਾਰ ਸੀ ਜਾਂ ਵੀਰਵਾਰ ਸੀ ਜਾਂ ਅਗਲੇ ਸ਼ੁੱਕਰਵਾਰ, ਸ਼ਨੀਵਾਰ, ਇਹਨਾਂ ਚੋਂ ਕਿਹੜਾ ਵਾਰ ਸੀ ਜਿਸ ਵਾਰ ਅਕਾਲ ਪੁਰਖ ਪਰਮੇਸ਼ਵਰ ਨੇ ਸਿਰਜਣਾ ਕੀਤੀ। ਉਸ ਤੋਂ ਬਾਅਦ 'ਚ ਫਿਰ ਨਾਲ ਆਖ ਦਿੱਤਾ, ਕਹਿੰਦੇ ਕਵਣ ਸੇ ਰੁੱਤੀ, ਉਦੋਂ ਰੁੱਤ ਕਿਹੜੀ ਸੀ ਜਦੋਂ ਰੱਬ ਸ੍ਰਿਸ਼ਟੀ ਨੂੰ ਸਾਜ ਰਿਹਾ। ਮਾਹ ਕਵਣ ਮਹੀਨਾ ਕਿਹੜਾ ਸੀ ਜਿਸ ਮਹੀਨੇ ਵਿੱਚ ਰੱਬ ਸ੍ਰਿਸ਼ਟੀ ਦੀ ਸਿਰਜਣਾ ਪਿਆ ਕਰਦਾ ਹੈ। ਜਿਤ ਹੋਆ ਆਕਾਰ, ਜਦੋਂ ਇਹ ਸਾਰੇ ਦਾ ਸਾਰਾ ਆਕਾਰ ਬਣਿਆ ਹੈ ਜਾਂ ਸਾਰੇ ਦੇ ਸਾਰੇ ਆਕਾਰ ਦੀ ਸਿਰਜਣਾ ਹੋਈ ਹੈ, ਉਦੋਂ ਥਿਤ ਕਿਹੜੀ ਹੈ, ਉਦੋਂ ਵਾਰ ਕਿਹੜਾ ਹੈ, ਉਦੋਂ ਮਹੀਨਾ ਕਿਹੜਾ ਹੈ, ਉਦੋਂ ਸਮਾਂ ਕਿਹੜਾ ਹੈ। ਉਹ ਸਾਰਾ ਕੁਝ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਉਹ ਆਕਾਰ ਕਰਨ ਲੱਗਿਆ, ਆਕਾਰ ਬਣਾਉਣ ਲੱਗਿਆ, ਸਮਾਂ, ਥਿਤ, ਵਾਰ, ਰੁੱਤ ਸਾਰਾ ਕੁਝ ਆਪ ਹੀ ਜਾਣਦਾ, ਉਹਦੇ ਤੋਂ ਇਲਾਵਾ ਕੋਈ ਦੂਜਾ ਨਹੀਂ। ਫਿਰ ਬਕਾਇਦਾ ਧੰਨ ਗੁਰੂ ਨਾਨਕ ਸਾਹਿਬ ਨੇ ਅਗਲੀਆਂ ਪੰਕਤੀਆਂ ਵਿੱਚ ਜ਼ਿਕਰ ਕੀਤਾ ਵੀ ਜੇ ਕਿਸੇ ਨੂੰ ਪਤਾ ਹੁੰਦਾ, ਜਿਵੇਂ ਆਪਾਂ ਸੌਖੇ ਜਿਹੇ ਰੂਪ ਵਿੱਚ ਸਮਝ ਲਈਏ, ਕੋਈ ਰਹੱਸ ਹੈ ਇੱਕ ਇਨਸਾਨ ਜਾਣਦਾ ਹੈ ਤੇ ਜਦੋਂ ਉਸ ਰਹੱਸ ਦੀ ਗੱਲ ਆਏਗੀ ਤੇ ਉਹਦੀ ਕੋਸ਼ਿਸ਼ ਇਨਸਾਨ ਦੀ ਇਹ ਹੁੰਦੀ ਹੈ ਵੀ ਇਹ ਰਹੱਸ ਦੁਨੀਆ ਨੂੰ ਮੈਂ ਦੱਸਾਂ ਤਾਂ ਜੋ ਦੁਨੀਆ ਦੇ ਵਿੱਚ ਮੇਰਾ ਨਾਮ ਨਾ ਹੋਵੇ, ਦੁਨੀਆ ਮੇਰੇ ਨਾਮ ਨੂੰ ਜਾਣੇ ਵੀ ਫਲਾਣੇ ਬੰਦੇ ਨੇ ਆ ਖੋਜ ਕੀਤੀ ਹੈ। ਇਸੇ ਤਰ੍ਹਾਂ ਸਾਇੰਟਿਸਟ ਕਰਦੇ ਨੇ, ਉਹ ਇੱਕ ਖੋਜ ਕਰਦੇ, ਖੋਜ ਕਰਨ ਤੋਂ ਬਾਅਦ ਵਿੱਚ ਉਹ ਕਦੇ ਟਿਕ ਕੇ ਨਹੀਂ ਬੈਠਦੇ ਵੀ ਅਸੀਂ ਹੁਣ ਇਹ ਖੋਜ ਕਰ ਲਈ ਤੇ ਬਸ ਹੁਣ ਸਾਡਾ ਜਿਹੜਾ ਕਾਰਜ ਹੈ ਉਹ ਨਿਬੜ ਗਿਆ। ਉਹਨਾਂ ਦੀ ਫਿਰ ਕੋਸ਼ਿਸ਼ ਹੁੰਦੀ ਵੀ ਹੁਣ ਅਸੀਂ ਇਹ ਖੋਜ ਜਿਹੜੀ ਕੀਤੀ ਹੈ ਇਹਨੂੰ ਸਾਰੇ ਬ੍ਰਹਿਮੰਡ ਵਿੱਚ ਦੱਸੀਏ ਵੀ ਇਹ ਖੋਜ ਅਸੀਂ ਕੀਤੀ ਹੈ। ਤੇ ਫਿਰ ਜਿਹੜਾ ਸਾਇੰਟਿਸਟ ਉਹ ਖੋਜ ਕਰਦਾ ਹੈ ਉਹਦੇ ਨਾਮ ਦੇ ਨਾਲ ਉਹ ਵਸਤੂ ਦੀ ਖੋਜ ਜੁੜ ਜਾਂਦੀ ਵੀ ਇਹਨੇ ਆਹ ਵਸਤੂ ਇਸ ਸਾਇੰਟਿਸਟ ਨੇ ਬਣਾਈ ਜਾਂ ਇਹਨੇ ਖੋਜੀ ਹੈ, ਉਹਦਾ ਨਾਮ ਜੁੜ ਗਿਆ। ਹੁਣ ਉਹ ਰਹਿੰਦੀ ਦੁਨੀਆ ਤੱਕ, ਫਿਰ ਜਦੋਂ ਤੱਕ ਰਹੇਗਾ, ਜਿੰਨਾ ਚਿਰ ਉਹ ਵਸਤੂਆਂ ਦੀ ਵਰਤੋਂ ਕੀਤੀ ਜਾਏਗੀ ਉਹਨਾਂ ਚਿਰ ਉਹ ਇਸ ਇਨਸਾਨ ਨੂੰ ਚੇਤਾ ਕੀਤਾ ਜਾਏਗਾ ਜਿੰਨੇ ਉਹ ਖੋਜ ਕੀਤੀ। ਜਿਵੇਂ ਬੱਲਬ ਦੀ ਖੋਜ ਕਰਨ ਵਾਲਾ, ਟੈਲੀਫੋਨ ਦੀ ਖੋਜ ਕਰਨ ਵਾਲਾ, ਅੱਜ ਅਸੀਂ ਸਾਰੇ ਉਹਨਾਂ ਨੂੰ ਚੇਤੇ ਕਰਦੇ ਹਾਂ ਜੀ ਫਲਾਣੀ ਖੋਜ ਉਹਨੇ ਕੀਤੀ, ਫਲਾਣ। ਇਸੇ ਤਰੀਕੇ ਜਦੋਂ ਕਿਸੇ ਨਵੀਂ ਚੀਜ਼ ਦਾ ਅਵਿਸ਼ਕਾਰ ਹੁੰਦਾ ਹੈ, ਨਵੀਂ ਵਸਤੂ ਦੀ ਖੋਜ ਹੁੰਦੀ ਹੈ ਤੇ ਜਿਹੜਾ ਮਨੁੱਖ ਕਰਨ ਵਾਲਾ ਹੈ ਉਹਦੀ ਕੋਸ਼ਿਸ਼ ਹੁੰਦੀ ਵੀ ਹੁਣ ਸਾਰੇ ਦਾ ਸਾਰਾ ਬ੍ਰਹਿਮੰਡ ਜਿਹੜਾ ਉਹ ਮੇਰੇ ਨਾਮਨੇ ਨੂੰ ਜਾਣੇ
ਧੰਨ ਗੁਰੂ ਨਾਨਕ ਸਾਹਿਬ ਨੇ ਇਸੇ ਤਰ੍ਹਾਂ ਫਿਰ ਸ੍ਰਿਸ਼ਟੀ ਦੀ ਜਦੋਂ ਬਾਤ ਕੀਤੀ, ਮਾਲਕ ਕਹਿੰਦੇ ਭਾਈ ਜੇ ਕਿਸੇ ਨੂੰ ਪਤਾ ਹੋਵੇਗਾ, ਫਿਰ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜ਼ਿਕਰ ਕਰਦੇ ਹਨ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਫਿਰ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਹਿੰਦੇ ਭਾਈ ਜੇ ਕਿਸੇ ਨੂੰ ਮਿਲ ਜਾਂਦਾ, ਮਤਲਬ ਵਕਤ ਕਿਸੇ ਨੂੰ ਸਮਝ ਆ ਜਾਂਦਾ, ਸਮਾਂ ਆ ਜਾਂਦਾ, ਸਮਝ, ਰੁੱਤ, ਮਾਹ, ਜਿਹੜੀਆਂ ਚੀਜ਼ਾਂ ਪਹਿਲਾਂ ਸਵਾਲ ਰੂਪ ਵਜੋਂ ਰੱਖੀਆਂ, ਸਤਿਗੁਰੂ ਕਹਿੰਦੇ ਜੇ ਤੇ ਕਿਸੇ ਗਿਆਨਵਾਨ ਪੁਰਸ਼ ਨੂੰ ਸਮਝ ਆ ਜਾਂਦੀ, ਗਿਆਨਵਾਨ ਮਨੁੱਖਾਂ ਨੂੰ ਸਮਝ ਆ ਜਾਂਦੀ, ਪੰਡਤਾਂ ਨੂੰ ਸਮਝ ਆ ਜਾਂਦੀ, ਤੇ ਉਹਨਾਂ ਕੀ ਕਰਨਾ ਸੀ, ਪੁਰਾਣਾਂ ਦੇ ਲੇਖਾਂ ਵਿੱਚ ਲੇਖ ਲਿਖ ਕੇ ਰੱਖ ਦੇਣੇ ਸੀ ਵੀ ਆਹ ਸਮਾਂ, ਆਹ ਦਿਨ ਹੈ, ਆਹ ਥਿਤ ਹੈ ਤੇ ਆਹ ਵਾਰ ਹੈ। ਜਦੋਂ ਰੱਬ ਨੇ ਸ੍ਰਿਸ਼ਟੀ ਨੂੰ ਸਾਜਿਆ, ਉਹਨਾਂ ਨੇ ਆਪਣਾ ਇੱਕ ਅਲੱਗ ਰੂਪ ਵਿੱਚ ਮਾਟੋ ਤਿਆਰ ਕਰਕੇ ਤੇ ਸੰਸਾਰ ਦੇ ਸਾਹਮਣੇ ਰੱਖ ਦੇਣਾ ਸੀ, ਆਹ ਲਓ ਜੀ, ਆਹ ਜੇ ਅਸੀਂ ਖੋਜ ਕੀਤੀ ਵੀ ਰੱਬ ਨੇ ਜਦੋਂ ਸ੍ਰਿਸ਼ਟੀ ਸਾਜੀ, ਰੱਬ ਨੇ ਇਹ ਦਿਨ ਸੀ, ਆਹ ਵਾਰ ਸੀ, ਆਹ ਮਹੀਨਾ ਸੀ। ਸਤਿਗੁਰੂ ਕਹਿੰਦੇ ਵੇਲ ਨਾ ਪਾਈ ਆ ਪੰਡਤੀ, ਨਹੀਂ ਮਿਲਿਆ ਉਹਨਾਂ ਨੂੰ ਵੀ ਟਾਈਮ, ਨਹੀਂ ਮਿਲਿਆ ਉਹਨਾਂ ਨੂੰ ਵੀ ਸਮਾਂ, ਨਹੀਂ ਪਤਾ ਲੱਗਾ ਉਹਨਾਂ ਨੂੰ ਵੀ ਤਰੀਕਾ, ਨਹੀਂ ਪਤਾ ਲੱਗਾ ਉਹਨਾਂ ਨੂੰ ਵੀ ਢੰਗ, ਨਹੀਂ ਪਤਾ ਲੱਗੀ ਰੁੱਤ, ਨਹੀਂ ਪਤਾ ਲੱਗਾ ਮਹੀਨਾ, ਨਹੀਂ ਪਤਾ ਲੱਗਾ ਉਹਨਾਂ ਨੂੰ ਵਾਰ ਕਿਹੜੀ ਸੀ, ਤਰੀਕ ਕਿਹੜੀ ਸੀ, ਕੁਝ ਸਮਝ ਨਹੀਂ ਆਈ। ਜੇ ਪਤਾ ਲੱਗ ਜਾਂਦਾ, ਫਿਰ ਜੇ ਹੋਵੇ ਲੇਖ ਪੁਰਾਣ, ਜੇ ਪਤਾ ਹੁੰਦਾ ਤੇ ਫਿਰ ਉਹਨਾਂ ਨੂੰ ਸਮਝ ਹੁੰਦੀ ਜਾਂ ਉਹ ਸਮਝ ਲੈਂਦੇ ਇਸ ਗੱਲ ਨੂੰ, ਤੇ ਫਿਰ ਪੁਰਾਣਾਂ ਦਾ ਲੇਖ ਲਿਖ ਕੇ ਰੱਖ ਦਿੰਦੇ। ਜਾਂ ਪੁਰਾਣਕ ਲੇਖਾਂ ਦੇ ਅੰਦਰ ਵੀ ਜੇ ਲਿਖਿਆ ਵੀ ਹੋਵੇ ਨਾ, ਤੇ ਸਤਿਗੁਰੂ ਕਹਿੰਦੇ ਉਹ ਕੇਵਲ ਇਹੀ ਹੈ ਵੀ ਉਹਨਾਂ ਨੂੰ ਸਮਾਂ ਕੋਈ ਨਹੀਂ ਲੱਭਾ ਰੱਖਿਆ, ਉਹਨਾਂ ਨੇ ਵੀ ਇੱਕ ਅੰਦਾਜ਼ਾ ਹੀ ਹੈ, ਤਕਾਜ਼ਾ ਹੀ ਹੈ। ਜਿਵੇਂ ਸੰਸਾਰਕ ਵਿਦਿਆ ਦੇ ਵਿੱਚ ਤਕਾਜ਼ਾ ਵੀ ਕਰੋੜਾਂ ਸਾਲ ਪਹਿਲੋਂ ਧਰਤੀ ਬਣ ਗਈ, ਏਦਾਂ ਹੀ ਪੁਰਾਣਕ ਗਾਥਾਵਾਂ ਵਿੱਚ ਲਿਖਿਆ ਹੋਏਗਾ ਵੀ ਜਿਹੜੀ ਕਰੋੜਾਂ ਸਾਲ ਪਹਿਲੋਂ ਧਰਤੀ ਬਣ ਗਈ। ਪ੍ਰੋਪਰਲੀ ਟਾਈਮ ਕੀ ਸੀ, ਅੱਜ ਤੱਕ ਕੋਈ ਐਸਾ ਜੀਵ ਪੈਦਾ ਨਹੀਂ ਹੋਇਆ ਜਿਹੜਾ ਦੱਸ ਸਕਦਾ ਹੋਵੇ। ਉਹ ਤੋਂ ਬਾਅਦ ਚ ਅਗਲੀ ਪੰਕਤੀ ਚ ਜ਼ਿਕਰ ਕੀਤਾ, ਇੱਕ ਨਹੀਂ ਦੂਜਾ ਪੱਖ ਵੀ ਸਤਿਗੁਰੂ ਜੀ ਨੇ ਰੱਖਿਆ, ਕਹਿੰਦੇ ਵਕਤ ਨਾ ਪਾਇਓ ਕਾਦੀਆਂ, ਕਾਜ਼ੀ ਜਿਹੜੇ ਨੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਾ ਵਕਤ ਕੀ ਸੀ, ਕਿਹੜਾ ਸਮਾਂ ਸੀ। ਜੇ ਲਿਖਣ ਲੇਖ ਕੁਰਾਨ, ਜੋ ਕੁਰਾਨ ਵਾਲੀ ਲਿਖਤ ਲਿਖਣ ਵਾਲੇ ਨੇ ਜਾਂ ਕੁਰਾਨ ਦੀ ਲਿਖਤ ਨੂੰ ਲਿਖਣ ਵਾਲੇ ਨੇ, ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਅੱਲਾ ਨੇ ਇਸ ਬ੍ਰਹਿਮੰਡ ਦੀ ਸਿਰਜਣਾ ਕਦੋਂ ਕੀਤੀ ਹੈ, ਖੁਦਾ ਨੇ ਇਸ ਸੰਸਾਰ ਨੂੰ ਕਦੋਂ ਬਣਾਇਆ, ਪਤਾ ਉਹਨਾਂ ਨੂੰ ਵੀ ਨਹੀਂ ਲੱਗਾ। ਸਾਰੇ ਅਣਜਾਣ ਹੀ ਬੈਠੇ ਨੇ ਨਾ। ਦੇਖੋ ਰੱਬ ਦੀ ਬਣਾਈ ਨਾ ਵਸਤੂ ਦਾ ਅਸੀਂ ਇਹ ਤੇ ਪਤਾ ਲਾ ਸਕਦੇ ਹਾਂ ਵੀ ਹੁਣ ਕਿੱਥੋਂ ਪੈਦਾ ਹੋ ਰਹੀ ਹੈ ਉਹ ਵਸਤੂ, ਉਹਦਾ ਬੀਜ ਕੀ ਹੈ। ਪਰ ਜਿਸ ਦਿਨ ਪਹਿਲੀ ਵਸਤੂ ਬਣਾਈ ਸੀ ਉਹ ਕਿੱਥੋਂ ਪੈਦਾ ਹੋਈ ਹੈ, ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ। ਅੱਜ ਤੇ ਅਸੀਂ ਕਹਿ ਦਾਂਗੇ ਵੀ ਜੀਵ ਕਿਵੇਂ, ਜਿਵੇਂ ਆਪਾਂ ਖਾਣੀਆਂ ਦਾ ਗੱਲ ਕਰਦੇ ਹਾਂ, ਅੱਜ ਅਸੀਂ 4 ਖਾਣੀਆਂ ਦਾ ਜ਼ਿਕਰ ਕਰ ਲਿਆ, ਅੰਡਜ, ਜੇਰਜ, ਸੇਤਜ, ਉਤਪੁਜ, ਇਹਨਾਂ ਚੀਜ਼ਾਂ ਦਾ ਜ਼ਿਕਰ ਕਰ ਲਿਆ ਸੀ। ਪਰ ਜਿਸ ਦਿਨ ਇਹਨਾਂ ਖਾਣੀਆਂ ਤੋਂ ਪੈਦਾ ਹੋਣ ਵਾਲਾ ਪਹਿਲਾ ਜੀਵ ਪੈਦਾ ਹੋਇਆ ਸੀ, ਉਸ ਦਿਨ ਰੱਬ ਨੇ ਕਿੱਦਾਂ ਪੈਦਾ ਕੀਤਾ? ਅੰਡਜ, ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ। ਕਿਉਂਕਿ ਅੱਜ ਵੀ ਤਾਂ ਇੱਕ ਸਮਾਜ ਵਿੱਚ ਉਹ ਸਵਾਲ ਜਿਹੜਾ ਵੀ ਕਿ ਉਹ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਜਿਹੜੇ ਨੇ, ਅੰਡਜ ਖਾਣੀ ਤੋਂ ਪੈਦਾ ਹੋਣ ਵਾਲੇ, ਤੇ ਦੱਸੋ ਸਭ ਤੋਂ ਪਹਿਲਾਂ ਉਹ ਕਿਵੇਂ ਪੈਦਾ ਹੋਏ ਨੇ? ਫਿਰ ਜੇਰਜ, ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖਾਂ ਦੀ ਗੱਲ ਜਦੋਂ ਕਰਾਂਗੇ, ਅੱਜ ਤੇ ਅਸੀਂ ਕਹਿ ਸਕਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਸ ਗੱਲ ਦੀ ਸਾਨੂੰ ਸੋਝੀ ਦਿੰਦੀ, ਮਾਤ ਪਿਤਾ ਬਿਨ ਬਾਲ ਨਾ ਹੋਈ। ਤੇ ਜੇ ਇਹ ਗੱਲ ਅਸੀਂ ਅੱਜ ਆਖਦੇ ਹਾਂ, ਜਦੋਂ ਰੱਬ ਨੇ ਸ੍ਰਿਸ਼ਟੀ ਨੂੰ ਸਾਜਿਆ, ਰੱਬ ਨੇ ਸੰਸਾਰ ਬਣਾਇਆ, ਉਸ ਦਿਨ ਪਹਿਲਾ ਇਨਸਾਨ ਧਰਤੀ ਤੇ ਕਿਵੇਂ ਆਇਆ? ਤੇ ਦੂਜੀ ਜੇ ਸੇਤਜ ਦੀ ਗੱਲ ਕਰਦੇ ਹਾਂ, ਪਸੀਨੇ ਦੀ ਗੱਲ ਕਰਦੇ ਹਾਂ, ਉਹਨਾਂ ਤੋਂ ਪੈਦਾ ਹੋਣ ਵਾਲੇ ਜੀਵ ਕਿਵੇਂ ਸੰਸਾਰ ਤੇ ਆਏ ਹੋਣਗੇ? ਫਿਰ ਉਤਪੁਜ, ਪਹਿਲੀ ਬਨਸਪਤੀ ਦਾ ਰੁੱਖ ਕਿਹੜਾ ਜਿਹੜਾ ਧਰਤੀ ਦੇ ਉੱਤੇ ਆਇਆ ਹੋਵੇਗਾ, ਬਿਨਾਂ ਬੀਜ ਤੋਂ ਰੁੱਖ ਕਿਵੇਂ ਪੈਦਾ ਹੋਏ ਹੋਣਗੇ? ਇਹ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਅੱਜ ਅਸੀਂ ਦੇ ਸਕਦੇ ਹਾਂ ਕਿ ਆਹ ਰੁੱਖ ਇਸ ਬੀਜ ਤੋਂ ਪੈਦਾ ਹੋ ਰਿਹਾ ਹੈ, ਆਹ ਜੀਵ ਇਸ ਤਰੀਕੇ ਨਾਲ ਪੈਦਾ ਹੋ ਰਿਹਾ ਹੈ, ਮਨੁੱਖ ਦੀ ਬਣਤਰ ਇਸ ਢੰਗ, ਅੱਜ ਜਵਾਬ ਦੇ ਸਕਦੇ।
ਪਰ ਜਿਸ ਦਿਨ ਪਹਿਲੇ ਜੀਵ ਦੀ ਗੱਲ ਕਰਾਂਗੇ, ਦੁਨੀਆ ਦੇ ਉੱਤੇ ਪਹਿਲਾ ਮਨੁੱਖ ਕਿਵੇਂ ਆਇਆ, ਦੁਨੀਆ ਦੇ ਉੱਤੇ ਪਹਿਲਾ ਜੀਵ ਕਿਵੇਂ ਆਇਆ, ਦੁਨੀਆ ਦੇ ਉੱਤੇ ਪਹਿਲਾ ਰੁੱਖ ਕਿਵੇਂ ਪੈਦਾ ਹੋਇਆ, ਕੋਈ ਜਵਾਬ ਨਹੀਂ, ਕਿਸੇ ਕੋਲ ਵੀ ਨਹੀਂ। ਤੇ ਸਾਹਿਬ ਕਹਿੰਦੇ ਜੇ ਇਹਨਾਂ ਗੱਲਾਂ ਦੀ ਸੋਝੀ ਆ ਜਾਂਦੀ, ਇਹਨਾਂ ਗੱਲਾਂ ਦਾ ਪਤਾ ਲੱਗ ਜਾਂਦਾ, ਤੇ ਫਿਰ ਪੁਰਾਣਕ ਗਾਥਾਵਾਂ ਵਿੱਚ ਲਿਖਿਆ ਜਾਂਦਾ ਜਾਂ ਕੁਰਾਨ ਦੀ ਲਿਖਤ ਲਿਖਣ ਵਾਲੇ ਲਿਖ ਦਿੰਦੇ, ਭਾਈ ਆਹ ਸਮਾਂ ਸੀ, ਆਹ ਤਰੀਕਾ ਸੀ, ਤੇ ਆਹ ਜੀਵ ਹੈ ਜਿਹੜਾ ਸਭ ਤੋਂ ਪਹਿਲਾਂ ਧਰਤੀ ਦੇ ਉੱਤੇ ਆਇਆ ਹੈ। ਚਿਤ ਵਾਰ ਨਾ ਜੋਗੀ ਜਾਣ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਸੱਚ ਤੇ ਇਹ ਹੈ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ। ਨਾ ਪੰਡਿਤ ਸਮਝ ਸਕੇ, ਨਾ ਕਾਜ਼ੀ ਸਮਝ ਸਕੇ, ਨਾ ਜੋਗੀ ਸਮਝ ਸਕੇ। ਕਿਹੜੀ ਥਿਤ ਸੀ, ਕਿਹੜਾ ਵਾਰ ਸੀ, ਜੋਗੀਆਂ ਨੂੰ ਵੀ ਪਤਾ ਨਹੀਂ ਲੱਗਾ। ਰੁੱਤ ਕਿਹੜੀ ਸੀ, ਮਾਹ ਕਿਹੜਾ ਸੀ, ਉਹਨਾਂ ਕੋਲ ਵੀ ਇਸ ਗੱਲ ਦਾ ਕੋਈ ਗਿਆਨ ਨਹੀਂ। ਇਹਨਾਂ ਸਾਰਿਆਂ ਦਾ ਜ਼ਿਕਰ ਕਰਨ ਤੋਂ ਬਾਅਦ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੁਰਮਤਿ ਕਹਿ ਲਈਏ ਜਾਂ ਅਸਲ ਸੱਚਾਈ ਸਮਾਜ ਦੇ ਸਾਹਮਣੇ ਰੱਖੀ, ਭਾਈ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ। ਬਸ ਆਹੀ ਜਵਾਬ ਹੈ, ਇਹਦੇ ਤੋਂ ਬਿਨਾਂ ਕੋਈ ਜਵਾਬ ਨਹੀਂ। ਅਸੀਂ ਬ੍ਰਹਿਮੰਡ ਦਾ ਜਦੋਂ ਵੀ ਜ਼ਿਕਰ ਕਰਨਾ, ਬ੍ਰਹਿਮੰਡ ਦੀ ਸਿਰਜਣਾ ਦਾ ਜ਼ਿਕਰ ਕਰਨਾ, ਸੰਸਾਰ ਦੀ ਬਣਤਰ ਦਾ ਜ਼ਿਕਰ ਕਰਨਾ, ਤੇ ਸਾਡੇ ਕੋਲ ਇੱਕੋ ਹੀ ਜਵਾਬ ਹੈ, ਕਰਤਾ ਆਪ ਜਾਣਦਾ, ਉਹਦੇ ਤੋਂ ਬਿਨਾਂ ਦੂਜਾ। ਉਹਦੀ ਬਣਾਈ ਕੁਦਰਤ ਨੂੰ ਅੱਜ ਤੱਕ ਨਹੀਂ ਕੋਈ ਸਮਝ ਸਕਿਆ। ਕਰਤਾ ਆਪ ਜਾਣਦਾ, ਆਪੇ ਕਰਦਾ, ਆਪੇ ਹੀ ਕਰਨ ਵਾਲਾ, ਆਪੇ ਕਰਾਉਣ ਵਾਲਾ, ਕਿਵੇਂ, ਕਦੋਂ, ਕੀ, ਕਿੱਥੇ, ਕਿੱਦਾਂ ਕਰਨਾ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ ਸਮਝ ਸਕਿਆ। ਉਸ ਅਕਾਲ ਪੁਰਖ ਪਰਮੇਸ਼ਰ, ਕਿਉਂਕਿ ਜੇ ਅਸੀਂ ਇਸ ਲਿਖ ਬਾਤ ਨੂੰ ਸਮਝਦੇ ਵੀ ਹਾਂ ਜਾਂ ਯਤਨ ਵੀ ਕਰਦੇ, ਅਗਾਂਹ ਜਾ ਕੇ ਗੁਰੂ ਨਾਨਕ ਸਾਹਿਬ ਨੇ ਬੜੇ ਸਪਸ਼ਟ ਲਫ਼ਜ਼ ਵਰਤਨੇ ਇਸੇ ਪੌੜੀ ਵਿੱਚ। ਜੇ ਅਸੀਂ ਯਤਨ ਵੀ ਕਰਦੇ ਹਾਂ ਨਾ, ਤੇ ਅਸੀਂ ਯਤਨ ਕਰਨ ਤੋਂ ਬਾਅਦ ਵਿੱਚ ਵੀ ਕਦੇ ਤਕਾਜ਼ਾ ਲਾ ਕੇ, ਅੰਦਾਜ਼ਾ ਲਾ ਕੇ ਨਹੀਂ ਦੱਸ ਸਕਦੇ ਵੀ ਆਹ ਸਮਾਂ ਜਾਂ ਆਹ ਵੇਲਾ ਅਸੀਂ ਕੱਢਿਆ ਹੈ, ਜਾਂ ਸਾਡੇ ਕੋਲੋਂ ਆਹ ਤਰੀਕ ਜਾਂ ਆਹ ਵਾਰ ਸਾਨੂੰ ਪਤਾ ਲੱਗਾ ਕਿ ਭਾਈ ਆਹ ਸਮੇਂ ਦੇ ਉੱਤੇ ਰੱਬ ਨੇ ਸ੍ਰਿਸ਼ਟੀ ਨੂੰ ਸਾਜਿਆ ਜਾਂ ਕਿਵੇਂ ਸਾਜਿਆ। ਕੋਈ ਜਵਾਬ ਨਹੀਂ ਸਾਡੇ ਕੋਲ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਜ਼ਿਕਰ ਕੀਤਾ, ਕਹਿੰਦੇ ਜਾ ਕਰਤਾ ਸਿਰਠੀ ਕੋ ਸਾਜੇ, ਕਿਉਂਕਿ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਬਾਰੇ ਵਿੱਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ, ਤੇ ਉਹਨਾਂ ਸਪਸ਼ਟ ਇਹ ਲਫ਼ਜ਼ ਵਰਤੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਤੇ ਲੈਸੈ ਜਿੰਦ ਕਵਾਓ, ਕਰ ਆਸਨ ਡਿਠੋ ਚਾਓ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਕ ਨਾ ਹੁਕਮ ਸਮਾਏ ਲੈ, ਇਕ ਨਾ ਹੁਕਮੇ ਕਰੇ ਵਿਨਾਸ਼, ਇਕ ਨਾ ਭਾਣੇ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਇਹ ਭੇ ਹੁਣ ਜਦੋਂ ਇਸ ਗੱਲ ਨੂੰ ਸਮਝਣ ਦੀ ਬਾਤ ਆਏਗੀ, ਤੇ ਕਿਸੇ ਪ੍ਰਕਾਰ ਅਸੀਂ ਸਮਝ ਨਹੀਂ ਨਾ ਸਕਦੇ ਕਿ ਅਕਾਲ ਪੁਰਖ ਪਰਮੇਸ਼ਵਰ ਕਿਵੇਂ ਇਸ ਸ੍ਰਿਸ਼ਟੀ ਦੀ ਸਿਰਜਣਾ ਪਿਆ ਕਰਦਾ। ਬਸ ਇੰਨਾ ਜਾਣਦੇ ਆ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਇਹ ਜਗਤ ਜਿਹੜਾ ਸੱਚੇ ਦੀ ਇੱਕ ਕੋਠੜੀ ਹੈ, ਸੱਚੇ ਕਾ ਵਿੱਚ ਵਾਸ, ਤੇ ਇਸ ਕੋਠੜੀ ਵਿੱਚ ਬੈਠਾ ਵੀ ਸੱਚਾ ਆਪ ਹੀ ਹੈ, ਵਸੇਬਾ ਵੀ ਉਹਨੇ ਆਪਣਾ ਕੀਤਾ ਹੋਇਆ, ਤੇ ਇਸ ਕੋਠੜੀ ਵਿੱਚ ਵਸੇਬਾ ਕਰਕੇ ਉਹ ਬੈਠਾ ਹੁਣ ਕਈਆਂ ਨੂੰ ਆਪਣੇ ਹੁਕਮ ਵਿੱਚ ਉਹ ਕੱਢ ਲੈਂਦਾ, ਕਈਆਂ ਨੂੰ ਮਾਇਆ ਵਿੱਚ ਫਸਾ ਦਿੰਦਾ, ਕਈ ਭਰਮ ਜਾਂਦੇ ਨੇ, ਕਈ ਭਟਕ ਜਾਂਦੇ ਨੇ, ਕਈ ਉਪਰਾਮ ਹੋ ਜਾਂਦੇ ਨੇ, ਕਈਆਂ ਨੂੰ ਉਹ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲੈਂਦਾ, ਕਈ ਇਸੇ ਵਿੱਚ ਗਲਤਾਨ ਹੋ ਕੇ ਰਹਿ ਜਾਂਦੇ ਨੇ। ਇਹ ਸਾਰਾ ਕੁਝ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਹੱਥ ਵਿਚਲੀ ਖੇਡ ਹੈ। ਉਹ ਕਿਵੇਂ ਰਚਦਾ ਹੈ, ਇਸ ਖੇਡ ਨੂੰ ਉਹ ਆਪ ਜਾਣਦਾ। ਇਸ ਗੱਲ ਨੂੰ ਅੱਜ ਤੱਕ ਕੋਈ ਗਿਆਨਵਾਨ ਪੁਰਸ਼ ਨਹੀਂ ਸਮਝ ਸਕਿਆ, ਜਾਂ ਕੋਈ ਧਾਰਮਿਕ ਆਗੂ ਨਹੀਂ ਸਮਝ ਸਕਿਆ, ਜਾਂ ਕੋਈ ਧਰਮ ਦਾ ਪੈਰੋਕਾਰ ਨਹੀਂ ਸਮਝ ਸਕਿਆ। ਕਿਸੇ ਪ੍ਰਕਾਰ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਸਾਹਮਣੇ ਰੱਖਤਾ, ਭਾਈ ਮੈਂ ਤੁਹਾਨੂੰ ਇਹ ਨਹੀਂ ਦੱਸਣ ਲੱਗਾ ਕਿ ਕਿਹੜੀ ਥਿਤ ਹੈ, ਕਿਹੜੀ ਵਾਰ ਹੈ, ਕਿਹੜਾ ਸਮਾਂ ਨਹੀਂ। ਸਾਹਿਬ ਕਹਿੰਦੇ ਮੈਂ ਤੇ ਇਹ ਦੱਸਣ ਲੱਗਾ, ਭਾਈ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ।
ਇਹਦੇ ਤੋਂ ਬਿਨਾ ਕੁਝ ਨਹੀਂ। ਸ੍ਰਿਸ਼ਟੀ ਨੂੰ ਸਿਰਜਣ ਵਾਲਾ ਕਦੋਂ ਸਿਰਜ ਰਿਹਾ ਹੈ ਉਹ ਖੁਦ ਆਪ ਜਾਣਦਾ। ਉਹਦੇ ਤੋਂ ਇਲਾਵਾ ਇਸ ਗੱਲ ਨੂੰ ਅੱਜ ਤੱਕ ਨਾ ਕੋਈ ਸਮਝ ਸਕਿਆ ਤੇ ਨਾ ਹੀ ਕਿਸੇ ਦੇ ਸਮਝ ਵਿੱਚ ਇਹ ਬਾਤ ਆਉਣੀ ਹੈ, ਭਾਵੇਂ ਆਉਣ ਵਾਲੇ ਹਜ਼ਾਰਾਂ ਸਾਲ ਆ ਜਾਣ। ਆਉਣ ਵਾਲੇ ਜੇ, ਕਿਉਂਕਿ ਅਸੀਂ ਅੱਜ ਇਹ ਗੱਲ ਪੜ੍ਹਦੇ ਹਾਂ ਕਿ ਕਰੋੜਾਂ ਸਾਲ ਪਹਿਲੋਂ ਧਰਤੀ ਬਣੀ ਹੈ, ਮਤਲਬ ਕਰੋੜਾਂ ਸਾਲ ਇਨਸਾਨਾਂ ਨੂੰ ਵੇਖਦਿਆਂ ਹੋ ਚੁੱਕੇ ਨੇ। ਆਉਣ ਵਾਲੇ ਭਾਵੇਂ ਕਰੋੜਾਂ ਸਾਲ ਆ ਜਾਣ ਤੇ ਫਿਰ ਕਿਹੜਾ ਕਿਸੇ ਨੇ ਸਮਝ ਲੈਣਾ ਕਿ ਧਰਤੀ ਕਦੋਂ ਬਣੀ ਹੈ। ਕੋਈ ਜਿੰਨਾ ਮਰਜ਼ੀ ਯਤਨ ਕਰ ਲੈ, ਕੋਈ ਮਰਜ਼ੀ ਕਿਸੇ ਪ੍ਰਕਾਰ ਦੇ ਯਤਨ ਕਰਕੇ ਸਮਝਣ ਦੀ। ਅੱਜ ਮਿੱਟੀ ਨੂੰ ਖੋਜ ਕੇ, ਧਰਤੀ ਦੀ ਮਿੱਟੀ ਨੂੰ ਲੈ ਕੇ ਐਕਸਪੈਰੀਮੈਂਟ ਕੀਤੇ ਜਾਂਦੇ ਨੇ ਕਿ ਬਣੀ ਕਿਸ ਤਰੀਕੇ ਨਾਲ ਹੈ ਧਰਤੀ, ਪਰ ਜਵਾਬ ਕਿਹਦੇ ਕੋਲ ਹੈ? ਕਿਸੇ ਕੋਲ ਜਵਾਬ ਨਹੀਂ ਕੋਈ। ਕਿਉਂਕਿ ਉਹ ਜੇ ਅਸੀਂ ਇਸ ਗੱਲ ਨੂੰ ਸਮਝ ਲਵਾਂਗੇ ਫਿਰ ਤੇ ਅਕਾਲ ਪੁਰਖ ਪਰਮੇਸ਼ਵਰ ਦਾ ਅਸੀਂ ਪਾਰ ਪਾ ਲਿਆ। ਫਿਰ ਤੇ ਅਸੀਂ ਅਖੀਰ ਲੱਭ ਲਿਆ ਨਾ ਰੱਬ ਦਾ, ਵੀ ਰੱਬਾ ਤੂੰ ਸ੍ਰਿਸ਼ਟੀ ਨੂੰ ਸਾਜਿਆ ਸੀ, ਤੂੰ ਜਾਣਦਾ ਆ, ਵੇਖ ਸਾਨੂੰ ਵੀ ਸਮਝ ਲੱਗ ਗਈ ਵੀ ਤੂੰ ਕਦੋਂ ਸ੍ਰਿਸ਼ਟੀ ਬਣਾਈ। ਤੇ ਸਤਿਗੁਰੂ ਦੀ ਬਾਣੀ ਕੀ ਕਹਿੰਦੀ ਹੈ? ਭਾਈ ਅਕਾਲ ਪੁਰਖ ਪਰਮੇਸ਼ਵਰ ਹੈ ਹੀ ਅਥਾਹ, ਉਹਦਾ ਕੋਈ ਪਾਰਾਵਾਰ ਨਹੀਂ ਹੈ। ਜੇ ਉਹਦਾ ਕੋਈ ਪਾਰਾਵਾਰ ਨਹੀਂ ਤੇ ਉਹਦੀ ਬਣਾਈ ਕੁਦਰਤ ਦਾ ਵੀ ਕੋਈ ਪਾਰਾਵਾਰ ਨਹੀਂ ਹੈ। ਕੀ ਅਸੀਂ ਪਾਰਾਵਾਰ ਸਮਝਾਂਗੇ ਅਕਾਲ ਪੁਰਖ ਪਰਮੇਸ਼ਵਰ ਦੀ ਬਣਾਈ ਕੁਦਰਤ ਦਾ? ਧਰਤੀ ਦੇ ਬਾਰੇ ਵਿੱਚ ਅਸੀਂ ਕੀ ਸੋਝੀ ਦੇਵਾਂਗੇ ਕਿਸੇ ਨੂੰ? ਬ੍ਰਹਿਮੰਡ ਦੇ ਬਾਰੇ ਵਿੱਚ ਅਸੀਂ ਕੀ ਗਿਆਨ ਦੇਵਾਂਗੇ ਕਿਸੇ ਨੂੰ? ਬ੍ਰਹਿਮੰਡ ਵਿਚਲੀਆਂ ਹੋਣ ਵਾਲੀਆਂ ਹਰਕਤਾਂ ਦਾ ਤੇ ਅਸੀਂ ਕਿਸੇ ਨੂੰ ਜਵਾਬ ਦੇ ਸਕਦੇ ਹਾਂ ਕਿ ਬ੍ਰਹਿਮੰਡ ਵਿੱਚ ਆਹ ਕੁਝ ਚੱਲ ਰਿਹਾ ਹੈ, ਪਰ ਬ੍ਰਹਿਮੰਡ ਵਿੱਚ ਆਉਣ ਵਾਲੇ ਸਮੇਂ ਅੰਦਰ ਕੀ ਹੋਏਗਾ ਅਸੀਂ ਇਹ ਵੀ ਅੰਦਾਜ਼ੇ ਲਾ ਸਕਦੇ ਹਾਂ, ਪਰ ਐਗਜ਼ੈਕਟ ਕੀ ਹੋਏਗਾ ਸਾਨੂੰ ਇਸ ਗੱਲ ਦਾ ਵੀ ਜਵਾਬ ਨਹੀਂ। ਜਿਵੇਂ ਬੜੇ ਲੰਮੇ ਸਮੇਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਨਾ ਜੀ, ਕੋਈ ਇੱਕ ਵਸਤੂ ਹੈ ਬੜੀ ਤੇਜ਼ੀ ਨਾਲ ਧਰਤੀ ਵੱਲ ਵੱਧ ਰਹੀ, ਉਹਨੇ ਧਰਤੀ ਨਾਲ ਟਕਰਾਉਣਾ, ਧਰਤੀ ਨੇ ਨਾਸ਼ ਹੋ ਜਾਣਾ। ਉਹ ਅੱਜ ਤੱਕ ਨਹੀਂ ਟਕਰਾਈ। ਜਿਹੜਾ ਦਿਨ ਦੱਸ ਦਿੰਦੇ ਨੇ ਉਹ ਦਿਨ ਤੋਂ ਅਗਲੇ ਦਿਨ ਕਹਿ ਦਿੰਦੇ ਕੋਲੋਂ ਹੋ ਕੇ ਲੰਘ ਗਿਆ ਜੀ, ਵੱਜਿਆ ਹੀ ਨਹੀਂ ਵਿੱਚ। ਜਵਾਬ ਤੇ ਇਹ ਹੀ ਹੈ ਨਾ, ਸਿਰਫ ਅੰਦਾਜ਼ੇ ਨੇ, ਇਹਦੇ ਤੋਂ ਬਿਨਾਂ ਕੁਝ ਵੀ ਨਹੀਂ। ਕਿ ਇੱਕ ਵਸਤੂ ਬੜੀ ਤੇਜ਼ੀ ਨਾਲ ਧਰਤੀ ਵੱਲ ਵੱਧ ਰਹੀ ਹੈ, ਉਹਨੇ ਇੰਨੀ ਤੇਜ਼ੀ ਗਤੀ ਨਾਲ ਅੱਗੇ ਆ ਰਹੀ ਤੇ ਉਹਨੇ ਅੱਗੇ ਧਰਤੀ 'ਚ ਵੱਜਣਾ, ਜੀਵਾਂ ਦਾ ਨਾਸ਼ ਹੋ ਜਾਣਾ, ਧਰਤੀ ਨੇ ਨਾਸ਼ ਹੋ ਜਾਣਾ। ਤੇ ਤਰੀਕ ਦੱਸ ਦਿੰਦੇ, ਅੱਜ ਇਸ ਤਰੀਕ ਨੂੰ ਇਸ ਸਾਲ ਵਿੱਚ ਧਰਤੀ ਦੇ ਨਾਲੋਂ ਵੱਜੇਗੀ ਵਸਤੂ। ਤੇ ਜਦੋਂ ਉਹ ਦਿਨ ਲੰਘ ਜਾਂਦਾ ਫਿਰ ਕਹਿੰਦੇ ਬੜੀ ਦੂਰ ਤੋਂ ਹੋ ਕੇ ਉਹ ਗੁਜ਼ਰ ਗਈ, ਬਚਾਅ ਹੋ ਗਿਆ ਧਰਤੀ ਦਾ। ਜਵਾਬ ਆ ਹੀ ਹੈ। ਇਹਦੇ ਤੋਂ ਬ੍ਰਹਿਮੰਡ ਵਿੱਚ ਕੀ ਹੋ ਰਿਹਾ ਅਸੀਂ ਕਿੱਥੋਂ ਅੰਦਾਜ਼ਾ ਲਾ ਲਾਂਗੇ? ਤੇ ਰੱਬ ਦੇ ਬਣਾਏ ਨਿਯਮ ਨੇ, ਕੁਝ ਰੂਲਸ ਨੇ, ਕੁਝ ਉਹ ਇਨਸਾਨ ਨਹੀਂ ਹੈ ਵੀ ਤੁਰਿਆ ਜਾਂਦਾ ਕਦੇ ਕਿਸੇ 'ਚ ਵੱਜਦਾ ਫਿਰੇਗਾ ਤੇ ਤੁਰਿਆ ਜਾਂਦਾ ਕਦੇ ਕਿਸੇ 'ਚ ਵੱਜ, ਉਹ ਇਨਸਾਨ ਨਹੀਂ ਹੈ। ਉਹਨੇ ਜਿਸ ਵੀ ਵੇਖੋ ਸਾਡੇ ਵਾਸਤੇ, ਸਾਡੇ ਚੱਲਣ ਲਈ, ਸਾਡੀ ਡਰਾਈਵਿੰਗ ਕਰਨ ਵਾਸਤੇ ਰੋਡ ਬਣਾਏ ਗਏ, ਤੁਰਨ ਵਾਸਤੇ ਅਲੱਗ ਬਣਾਏ ਗਏ ਰਸਤੇ ਜਿਨ੍ਹਾਂ ਦੇ ਉੱਤੇ ਹੀ ਤੁਰਨਾ। ਅਸੀਂ ਫਿਰ ਵੀ ਤੁਰੇ ਜਾਂਦੇ, ਇੱਕ ਦੂਜੇ ਵਿੱਚ ਵੱਜਦੇ ਫਿਰਦੇ। ਅਸੀਂ ਡਰਾਈਵਿੰਗ ਕਰਦੇ ਹੋਏ ਇੱਕ ਦੂਜੇ ਦੀਆਂ ਗੱਡੀਆਂ 'ਚ ਗੱਡੀਆਂ ਹੀ ਮਾਰੀ ਜਾਂਦੇ ਹਾਂ। ਉਹ ਕਦੇ ਕਿਸੇ ਨਾਲ ਮਰਿਆ ਹੁੰਦਾ, ਕੋਈ ਕਿਸੇ ਤਰੀਕੇ ਨਾਲ ਮਰਿਆ ਹੁੰਦਾ, ਕਦੇ ਕਿਸੇ ਤਰੀਕੇ ਨਾਲ ਐਕਸੀਡੈਂਟ। ਉਹ ਅਸੀਂ ਰੂਲਸ ਬਣਾਉਣ ਤੋਂ ਬਾਅਦ ਵਿੱਚ ਵੀ ਇੱਕ ਦੂਜੇ ਵਿੱਚ ਵੱਜ ਰਹੇ ਹਾਂ। ਅਸੀਂ ਰੱਬ ਨੂੰ ਕਿੱਦਾਂ ਵੇਖਿਆ? ਬਸ ਉਸੇ ਨਜ਼ਰੀਏ ਨਾਲ। ਰੱਬ ਨੇ ਜੀ ਬਣਾਇਆ ਤੇ ਹੈ, ਤੇ ਹੁਣ ਹੋ ਸਕਦਾ ਗ੍ਰਹਿ ਨਾਲ ਗ੍ਰਹਿ ਹੀ ਟਕਰਾਉਂਦੇ ਫਿਰਨ। ਉਹ ਅਕਾਲ ਪੁਰਖ ਪਰਮੇਸ਼ਵਰ ਹੈ। ਬ੍ਰਹਿਮੰਡ ਵਿੱਚ ਕੋਈ ਸੜਕ ਬਣੀ ਵੇਖੀ ਹੈ? ਆਕਾਸ਼ ਵਿੱਚ ਕੋਈ ਸੜਕ ਬਣੀ ਹੋਵੇ ਜਿਸ ਸੜਕ ਤੇ ਸੂਰਜ ਤੁਰਿਆ ਜਾਂਦਾ ਹੋਵੇ, ਜਾਂ ਜਿਸ ਸੜਕ ਤੇ ਧਰਤੀ ਤੁਰੀ ਜਾਂਦੀ ਹੋਵੇ? ਉਹਨੇ ਇੱਕ ਨਿਯਮਿਤ ਥਾਂ ਜਿਹੜੀ ਨਾ ਉਹ ਬਣਾਤੀ। ਹੁਣ ਧਰਤੀ ਉਹਦੀ ਰਜ਼ਾ ਤੋਂ ਬਿਨਾਂ ਉਸ ਥਾਂ ਤੋਂ ਹਿੱਲ ਨਹੀਂ ਸਕਦੀ। ਉਹ ਚੱਲ ਰਹੀ ਹੈ, ਲਗਾਤਾਰ ਘੁੰਮ ਰਹੀ ਹੈ। ਸੂਰਜ ਦੇ ਦੁਆਲੇ ਧਰਤੀ ਦੇ ਘੁੰਮਣ ਦੀ ਜ਼ਿੰਮੇਵਾਰੀ ਰੱਬ ਨੇ ਲਾਤੀ। ਧਰਤੀ ਦੇ ਦੁਆਲੇ ਧਰਤੀ ਜਿਹੜੀ ਸੂਰਜ ਦੇ ਦੁਆਲੇ ਘੁੰਮੀ ਜਾਂਦੀ ਹੈ। ਅੱਜ ਤੱਕ ਕਿਸੇ ਨੇ ਸੁਣਿਆ ਵੀ ਧਰਤੀ ਘੁੰਮਦੀ ਜਾ ਕੇ ਦੂਜੇ ਗ੍ਰਹਿ 'ਚ ਵੱਜੀ ਹੋਵੇ? ਉਹ ਬਣਾਈ ਹੋਈ ਉਹਦੀ ਕੁਦਰਤ ਹੈ, ਉਹਦਾ ਬਣਾਇਆ ਬ੍ਰਹਿਮੰਡ ਹੈ। ਤੇ ਉਹਦੇ ਬਣਾਏ ਬ੍ਰਹਿਮੰਡ ਵਿੱਚ ਕੀ ਹੋਣਾ, ਕਦੋਂ ਹੋਣਾ, ਕਿਵੇਂ ਹੋਣਾ, ਉਹ ਆਪ ਜਾਣਦਾ। ਅਸੀਂ ਤੇ ਕੇਵਲ ਅੰਦਾਜ਼ੇ ਲਾਉਣ ਵਾਲੇ ਹਾਂ। ਅਸੀਂ ਤੇ ਸਿਰਫ ਇਹ ਗੱਲ ਕਹਿਣ ਵਾਲੇ ਹਾਂ ਜੀ ਆਹ ਹੋ ਸਕਦਾ ਹੈ। ਹੋਏਗਾ ਕਿ ਨਹੀਂ, ਨਹੀਂ ਪਤਾ, ਕਨਫਰਮ ਨਹੀਂ ਹੈ ਸਾਨੂੰ ਵੀ ਆਹ ਕੁਝ ਹੋ ਸਕਦਾ ਹੈ।
ਤੇ ਮਾਲਕ ਜੀ ਆਖਦੇ ਭਾਈ ਜੇ ਇਹਨਾਂ ਖੇਡਾਂ ਨੂੰ ਅਸੀਂ ਸਮਝ ਜਾਈਏ ਤੇ ਅਸੀਂ ਰੱਬ ਦਾ ਤੇ ਪਾਰਾਵਾਰ ਪਾ ਲਾਂਗੇ, ਪਰ ਇਹ ਖੇਡਾਂ ਉਹ ਆਪ ਅਕਾਲ ਪੁਰਖ ਪਰਮੇਸ਼ਵਰ ਜਾਣਦਾ ਹੈ, ਉਹਦੇ ਤੋਂ ਬਿਨਾ ਕੋਈ ਦੂਜਾ ਇਸ ਖੇਡ ਨੂੰ ਅੱਜ ਤੱਕ ਸਮਝ ਨਹੀਂ ਸਕਿਆ। ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ, ਇਸ ਸਾਜੀ ਹੋਈ ਸ੍ਰਿਸ਼ਟੀ ਵਿੱਚ ਕੀ ਹੋਣਾ ਉਹ ਆਪ ਜਾਣਦਾ, ਕਿਵੇਂ ਹੋਣਾ ਇਸ ਗੱਲ ਨੂੰ ਵੀ ਉਹ ਆਪ ਜਾਣਦਾ ਹੈ। ਬਸ ਸਾਰੀ ਦੀ ਸਾਰੀ ਖੇਡ ਉਹਦੇ ਹੱਥ ਵਿੱਚ ਹੈ ਤੇ ਉਹਨੇ ਬਣਾਈ ਆਪਣੀ ਖੇਡ ਵਿੱਚ ਜਿੰਨੀਆਂ ਵਸਤੂਆਂ ਬਣਾਈਆਂ ਨੇ ਸਾਰਿਆਂ ਦੇ ਉੱਤੇ ਆਪਣੇ ਹੁਕਮ ਦਾ ਉਹਨੇ ਡੰਡਾ ਵੀ ਰੱਖਿਆ ਤੇ ਉਹ ਹੁਕਮ ਦੇ ਅਨੁਸਾਰ ਸਾਰੇ ਜੀਵ ਚੱਲ ਰਹੇ। ਉਹਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ, ਜਿਹਨੂੰ ਆਪਾਂ ਆਰੰਭਤਾ ਵਿੱਚ ਹੀ ਵਿਚਾਰ ਕੇ ਆਏ ਸਾਂ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉ ਮੈਂ ਕਹੈ ਨਾ ਕੋਏ। ਕਿਵ ਕਰ ਆਖਾਂ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਫਿਰ ਸਾਹਿਬ ਜੀ ਕਹਿੰਦੇ ਕਿਵ ਕਰ ਆਖਾਂ, ਕਿਵੇਂ ਆਖਾਂ, ਕਿਵ ਸਲਾਹੀ ਕਿਵੇਂ ਸ਼ਲਾਘਾ ਕਰਾਂ, ਕਿਉਂ ਵਰਨੀ ਵਰਣਨ ਕਿਵੇਂ ਕਰਾਂ, ਕਿਵ ਜਾਣਾ ਤੇ ਕਿਵੇਂ ਮੈਂ ਜਾਣ ਸਕਦਾ ਹਾਂ। ਮਤਲਬ ਇਹ ਹੈ ਜਿਹਨੂੰ ਆਪਾਂ ਪੜ੍ਹ ਕੇ ਆਏ ਮੰਗਲਾਚਰਨ ਦੇ ਰੂਪ ਵਿੱਚ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ ਤੂੰ ਠਾਕੁਰ ਊਚ ਭਗਵਾਨਾ। ਤੇ ਸਾਹਿਬ ਜੀ ਨੇ ਨਾਲ ਜ਼ਿਕਰ ਕਰਦੇ ਆਖਿਆ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵਤ ਉਧਰੇ ਸੁਣਤੇ ਉਧਰੇ ਬਿਨ ਸੇ ਪਾਪ ਕਨੇਰੇ। ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਨਾ, ਨਿਉ ਦੀ ਬਣਾਈ ਜਿਹੜੀ ਕੁਦਰਤ ਹੈ, ਇਹਨੂੰ ਅਸੀਂ ਕਿਵ ਕਰ ਆਖਾਂ, ਕਿਵੇਂ ਆਖਾਂਗੇ ਜਾਂ ਕਿਵੇਂ ਸਲਾਹਾਂਗੇ ਜਾਂ ਕਿਵੇਂ ਵਰਣਨ ਕਰਾਂਗੇ, ਕਿਵੇਂ ਉਹਨੂੰ ਜਾਣਿਆ ਜਾ ਸਕਦਾ ਹੈ? ਨਹੀਂ, ਨਾਨਕ ਆਖਣ ਸਭ ਕੋ ਆਖੈ। ਇਹ ਨਾਨਕ ਜੀ ਹੁਣ ਇਹ ਬਾਤ ਆਖੋ ਕਿ ਦੁਨੀਆ ਜਿਹੜੀ ਨਾ ਬਹੁਤ ਹੈ, ਆਖਣ ਸਭ ਕੋ ਆਖੈ, ਆਖਣ ਵਾਲੀ ਹੈ। ਇੱਕ ਤੋਂ ਇੱਕ ਸਿਆਣਾ, ਇੱਕ ਤੋਂ ਇੱਕ ਸਿਆਣਾ ਆਪਣੇ ਆਪ ਨੂੰ ਸਮਝਦਾ ਨਾ, ਕਿ ਜਦੋਂ ਮੱਤ ਦੀ ਗੱਲ ਆਉਂਦੀ ਉਦੋਂ ਤੇ ਬੰਦਾ ਇਹ ਸਮਝਦਾ ਨਾ ਵੀ ਮੇਰੀ ਮੱਤ ਵੱਡੀ ਬਾਕੀ ਸਾਰੇ ਛੋਟੇ ਨੇ, ਮੈਂ ਸਿਆਣਾ ਬਾਕੀ ਸਾਰੇ ਮੂਰਖ ਨੇ। ਇਹ ਦੁਨੀਆ ਦੀ ਸੋਚ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇੱਕ ਤੋਂ ਇੱਕ ਭਾਈ ਚੜ੍ਹਦੀ ਕਲਾ ਵਾਲਾ ਹੀ ਆਉਂਦਾ, ਵੀ ਮੈਂ ਹੀ ਸਿਆਣਾ, ਬਸ ਇੱਕ ਤੋਂ ਇੱਕ ਸਿਆਣਾ। ਸਾਰੇ ਫਿਰ ਆਖਣ ਦੀ ਕੋਸ਼ਿਸ਼ ਵੀ ਕਰ ਰਹੇ ਆਪਣੀ ਆਪਣੀ ਸਿਆਣਪ ਦੇ ਨਾਲ, ਆਪਣੀ ਆਪਣੀ ਮੱਤ ਦੇ ਨਾਲ। ਜਿਹਨੂੰ ਸਾਹਿਬ ਜੀ ਨੇ ਬਾਣੀ ਚ ਆਖਿਆ ਵੀ ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਘੱਟ ਦੇ ਅਖਵਾਉਣ ਨੂੰ ਕੋਈ ਵੀ ਤਿਆਰ ਨਹੀਂ ਹੈ, ਸਾਰੇ ਇਹੀ ਕਹਿੰਦੇ ਬਸ ਮੈਂ ਹੀ ਹਾਂ, ਤੇ ਸਭ ਤੋਂ ਸੰਸਾਰ ਤੇ ਚੰਗਾ ਵੀ ਮੈਂ, ਸਭ ਤੋਂ ਸੰਸਾਰ ਤੇ ਸਿਆਣਾ ਵੀ ਮੈਂ, ਸਭ ਤੋਂ ਸੰਸਾਰ ਦੇ ਉੱਤੇ ਸੂਝਵਾਨ ਵੀ ਮੈਂ, ਗਿਆਨਵਾਨ ਵੀ ਮੈਂ। ਬਸ ਇਹ ਇਨਸਾਨ ਦੀ ਮੱਤ ਹੈ। ਤੇ ਇੱਕ ਤੋਂ ਇੱਕ ਐਸਾ, ਇਹ ਨਹੀਂ ਵੀ ਜੇ ਮੈਂ ਕਹਿ ਰਿਹਾ ਵੀ ਮੈਂ ਸਿਆਣਾ ਤੇ ਮੇਰੇ ਤੋਂ ਅਗਾਂਹ ਵੀ ਬੈਠੇ ਨੇ ਜਿਹੜੇ ਕਹਿ ਰਹੇ ਵੀ ਮੈਂ ਸਿਆਣਾ। ਸਾਰੇ ਮਨੁੱਖਾਂ ਦੀ ਸੋਚ ਇਹ ਹੈ, ਇੱਕ ਤੋਂ ਇੱਕ ਸਿਆਣਾ, ਆਪਣੇ ਆਪ ਨੂੰ ਹੀ ਸਿਆਣਾ ਸਮਝਣ ਦੀ ਇੱਕ ਸੋਚ ਜਿਹੜੀ ਅਕਾਲ ਪੁਰਖ ਪਰਮੇਸ਼ਵਰ ਦੇ ਵੱਲੋਂ ਇਸ ਜੀਵ ਦੀ ਬਣਾ ਦਿੱਤੀ ਗਈ। ਪਰ ਜਦੋਂ ਰੱਬ ਨੂੰ ਆਖਣ ਦੀ ਗੱਲ ਆਏਗੀ ਜਾਂ ਰੱਬ ਦੀ ਬ੍ਰਹਿਮੰਡ ਦੀ ਸ੍ਰਿਸ਼ਟੀ ਦੀ ਗੱਲ ਆਏਗੀ ਤੇ ਫਿਰ ਕਿਸੇ ਪ੍ਰਕਾਰ ਵੀ ਸਾਡੇ ਕੋਲ ਕੋਈ ਜਵਾਬ ਨਹੀਂ। ਜੇ ਕੋਈ ਆਖਣ ਦੀ ਕੋਸ਼ਿਸ਼ ਕਰਦਾ, ਜੇ ਕੋਈ ਕਹਿਣ ਦਾ ਯਤਨ ਕਰਦਾ ਜਾਂ ਕੋਈ ਆਖ ਰਿਹਾ ਤੇ ਸਾਹਿਬ ਕਹਿੰਦੇ ਕਿਸੇ ਪ੍ਰਕਾਰ ਵੀ ਭਾਈ ਉਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਸ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ। ਜਿਹਨੂੰ ਸਤਿਗੁਰੂ ਜੀ ਆਖ ਦਿੰਦੇ, ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਈਐ। ਅਕਾਲ ਪੁਰਖ ਪਰਮੇਸ਼ਵਰ ਜੀ ਤੁਸੀਂ ਬੇਅੰਤ ਹੋ, ਇਹਦੇ ਤੋਂ ਬਿਨਾਂ ਸਾਡੇ ਕੋਲ ਕੋਈ ਸ਼ਬਦ ਨਹੀਂ ਜਿਹੜਾ ਤੁਹਾਡੇ ਲਈ ਵਰਤ ਲਈਏ। ਉਹ ਅਕਾਲ ਪੁਰਖ ਪਰਮੇਸ਼ਵਰ ਬੇਅੰਤ ਹੈ, ਇਹਦੇ ਤੋਂ ਬਿਨਾਂ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਜਿਹੜਾ ਅਸੀਂ ਰੱਬ ਵਾਸਤੇ ਵਰਤ ਸਕਦੇ। ਆਪਾਂ ਪਿੱਛੇ ਅਸੰਖ ਵਾਲੀਆਂ ਪੌੜੀਆਂ ਵਿਚਾਰ ਕੇ ਆਏ ਹਾਂ। ਅਸੰਖ ਦਾ ਮਤਲਬ ਕੀ ਹੈ? ਅਣਗਿਣਤ। ਤੇ ਰੱਬ ਦੀ ਬਣਾਈ ਬ੍ਰਹਿਮੰਡ ਸ੍ਰਿਸ਼ਟੀ ਵਿੱਚ ਕੀ ਹੈ? ਸਭ ਕੁਝ ਅਸੰਖ ਹੀ ਹੈ ਨਾ।
ਤੇ ਜੇ ਰੱਬ ਦੀ ਬਣਾਈ ਸ੍ਰਿਸ਼ਟੀ ਵਿੱਚ ਅਸੰਖ ਹੈ ਸਭ ਕੁਝ, ਤੇ ਅਕਾਲ ਪੁਰਖ ਪਰਮੇਸ਼ਵਰ ਲੇਖੇ ਵਿੱਚ ਕਿੱਥੋਂ ਆ ਜਾਏਗਾ? ਜਿਹਨੂੰ 19ਵੀਂ ਪੌੜੀ ਵਿੱਚ ਵਿਚਾਰਿਆ ਸੀ, ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਅਗਾਂਹ ਕੀ ਲਿਖਿਆ ਗੁਰੂ ਨਾਨਕ ਸਾਹਿਬ ਨੇ? ਜਿਨ ਇਹ ਲਿਖੇ ਤਿਸ ਸਿਰ ਨਾਹੀ। ਉਹਦੇ ਉੱਤੇ ਇਹਨਾਂ ਅੱਖਰਾਂ ਦਾ ਥੋੜੀ ਕੋਈ ਜ਼ੋਰ ਹੈ। ਜਿਹੜੀ ਚੀਜ਼ ਵਸਤੂ ਜਾਂ ਜਿਹੜੇ ਸ਼ਬਦ ਮੈਂ ਆਪਣੀ ਕਲਮ ਨਾਲ ਲਿਖਾਂਗਾ ਉਹਨਾਂ ਅੱਖਰਾਂ ਤੇ ਮੇਰਾ ਜ਼ੋਰ ਹੈ। ਮੈਂ ਜਦ ਮਰਜ਼ੀ ਲਿਖਦਾ, ਜਦ ਮਰਜ਼ੀ ਮਿਟਾ ਦਾਂ। ਜਿਹੜੇ ਅੱਖਰ ਮੈਂ ਆਪਣੀ ਕਲਮ ਨਾਲ ਲਿਖਾਂਗਾ ਉਹਨਾਂ ਅੱਖਰਾਂ ਤੇ ਮੇਰਾ ਜ਼ੋਰ ਹੈ। ਦੂਜੇ ਦੀ ਕਲਮ ਨਾਲ ਲਿਖੇ ਹੋਏ ਅੱਖਰਾਂ ਤੇ ਮੇਰਾ ਜ਼ੋਰ ਨਹੀਂ ਹੈ। ਜੇ ਮੈਂ ਉਹਨਾਂ ਅੱਖਰਾਂ ਦੇ ਵਿੱਚ ਕਿਤੇ ਰਤਾ ਮਾਤਰ ਛੇੜਛਾੜ ਵੀ ਕਰਾਂਗਾ ਨਾ, ਤੇ ਉਹ ਜਿਸ ਦੀ ਲਿਖਤ ਹੈ ਉਹ ਮੇਰੇ ਉੱਤੇ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਕਾਰਵਾਈ ਜਿਹੜੀ ਉਹ ਕਰ ਸਕਦਾ। ਮੇਰੀ ਲਿਖਤ ਨੂੰ ਕੌਣ ਹੈ ਤੂੰ ਛੇੜਨ ਵਾਲਾ? ਤੇ ਜੇ ਅਕਾਲ ਪੁਰਖ ਪਰਮੇਸ਼ਵਰ ਸਾਰੇ ਅੱਖਰਾਂ ਨੂੰ ਲਿਖਣ ਵਾਲਾ ਹੈ, ਤੇ ਅੱਖਰਾਂ ਦਾ ਪ੍ਰਭਾਵ ਹੁਣ ਪਰਮੇਸ਼ਵਰ ਦੇ ਉੱਤੇ ਥੋੜੀ ਹੋਏਗਾ। ਉਹ ਅੱਖਰ ਕਿਸੇ ਪ੍ਰਕਾਰ ਵੀ ਪਰਮੇਸ਼ਵਰ ਤੇ ਪ੍ਰਭਾਵ ਨਹੀਂ ਪਾ ਸਕਦੇ। ਔਰ ਚੇਤਾ ਰੱਖੀਏ, ਜੇ ਸਾਡੀ ਲਿਖਤ ਨੂੰ ਕੋਈ ਛੇੜਛਾੜ ਕਰਕੇ ਤਬਦੀਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਸੀਂ ਕਈ ਪ੍ਰਕਾਰ ਦਾ ਉਹਦੇ ਉੱਤੇ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਔਰ ਕਰਦੇ ਵੀ ਹਾਂ। ਤੇ ਜੇ ਰੱਬ ਦੇ ਲਿਖੇ ਲੇਖਾਂ ਨੂੰ ਅਸੀਂ ਛੇੜਛਾੜ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਕੀ ਬਣੇਗਾ? ਫਿਰ ਨਾਲ ਦੂਜਾ ਪੱਖ ਵੀ ਤੇ ਲੈ ਕੇ ਚੱਲੀਏ ਨਾ। ਸਾਡੀ ਲਿਖਤ ਨੂੰ ਕੋਈ ਛੇੜੇ, ਸਾਨੂੰ ਮਨਜ਼ੂਰ ਨਹੀਂ, ਤੇ ਰੱਬ ਦੀਆਂ ਲਿਖਤਾਂ ਨੂੰ ਅਸੀਂ ਜਿਵੇਂ ਮਰਜ਼ੀ ਕਰਦੇ ਰਹੀਏ, ਕੀ ਰੱਬ ਮਨਜ਼ੂਰ ਕਰੇਗਾ? ਪਰ ਨਾਲ ਚੇਤਾ ਰੱਖੀਏ, ਜਿਨ ਇਹ ਲਿਖੇ ਤਿਸ ਸਿਰ ਨਾਹੀ। ਉਹਦੇ ਉੱਤੇ ਹੈ ਕੁਛ ਨਹੀਂ, ਇਹਨਾਂ ਅੱਖਰਾਂ ਦਾ ਉਹਦੇ ਉੱਤੇ ਕੋਈ ਜ਼ੋਰ ਨਹੀਂ, ਕੋਈ ਪ੍ਰਭਾਵ ਨਹੀਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਲਿਖੇ ਅੱਖਰਾਂ ਦੇ ਅਧੀਨ ਮੈਂ ਰੱਬ ਨੂੰ ਲੈ ਆਵਾਂਗਾ, ਜਾਂ ਰੱਬ ਦੇ ਬਣਾਏ ਅੱਖਰਾਂ ਦੇ ਅਧੀਨ ਮੈਂ ਪ੍ਰਮਾਤਮਾ ਨੂੰ ਲੈ ਆਵਾਂਗਾ। ਨਹੀਂ, ਸਾਹਿਬ ਕਹਿੰਦੇ ਭਾਈ ਉਹਨੂੰ ਨਾ ਆਖਿਆ ਜਾ ਸਕਦਾ, ਨਾ ਉਹਨੂੰ ਸਲਾਹਿਆ ਜਾ ਸਕਦਾ, ਨਾ ਉਹਨੂੰ ਵਰਣਿਆ ਜਾ ਸਕਦਾ। ਇੰਨਾ ਹੈ ਵੀ ਇੱਕ ਤੋਂ ਇੱਕ ਸਿਆਣਾ ਆਪਣੀ ਮੱਤ ਦੇ ਨਾਲ, ਆਪਣੀ ਸਿਆਣਪ ਦੇ ਨਾਲ ਉਹਨੂੰ ਵਰਣਨ ਦੀ ਕੋਸ਼ਿਸ਼ ਕਰਦਾ ਹੈ, ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਬਿਆਨ ਕਰਦਾ ਹੋਇਆ ਇਨਸਾਨ ਬਿਆਨ ਕਰਦਾ ਸੰਸਾਰ ਤੋਂ ਚਲੇ ਜਾਂਦਾ ਹੈ, ਪਰ ਕਿਸੇ ਪ੍ਰਕਾਰ ਵੀ ਉਹਨੂੰ ਬਿਆਨ ਅੱਜ ਤੱਕ ਕਰ ਕੋਈ ਨਹੀਂ ਸਕਿਆ। ਬੜੇ ਸੰਸਾਰ ਤੇ ਆਏ, ਬੜੇ ਸੰਸਾਰ ਤੋਂ ਚਲੇ ਗਏ। ਅੱਜ ਤੱਕ ਦੁਨੀਆ ਦੇ ਉੱਤੇ ਬੜੇ ਧਾਰਮਿਕ ਆਗੂ ਆਏ, ਬੜੇ ਧਾਰਮਿਕ ਪੈਰੋਕਾਰ ਆਏ, ਜਿਨ੍ਹਾਂ ਰੱਬ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ, ਪਰ ਰੱਬ ਨੂੰ ਬਿਆਨ ਕੇ ਕੋਈ ਵੀ ਅਖੀਰ ਤੱਕ ਉਹਦਾ ਵਰਣਨ ਕਰ ਨਹੀਂ ਸਕਿਆ। ਜਿੰਨਾ ਵੀ ਹੈ ਉਹ ਸਾਰੇ ਦੇ ਸਾਰੇ ਆਖਣ ਤੋਂ ਬਾਅਦ ਇੱਕ ਗੱਲ ਜ਼ਰੂਰ ਆਖਦੇ ਨੇ, ਨਾ ਇਤੀ ਨਾ ਇਤੀ, ਜਿਹਨੂੰ ਨੇਤ ਨੇਤ ਕਿਹਾ ਜਾਂਦਾ ਹੈ ਵੀ ਅਸੀਂ ਉਹਦੇ ਬਾਰੇ ਕੁਝ ਵੀ ਆਖ ਨਹੀਂ ਸਕਦੇ, ਉਹਦੇ ਬਾਰੇ ਵਰਣਨ ਕੁਝ ਵੀ ਨਹੀਂ ਕੀਤਾ ਜਾ ਸਕਦਾ। ਉਹ ਅਕਾਲ ਪੁਰਖ ਹੈ ਹੀ ਇਤਨਾ ਬੇਅੰਤ ਔਰ ਅਪਾਰ। ਸਾਹਿਬ ਕਹਿੰਦੇ ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਇੱਕ ਤੋਂ ਇੱਕ ਸਿਆਣਾ ਵੀ ਜੇ ਉਹਨੂੰ ਆਖਣ ਦਾ ਯਤਨ ਕਰੇ ਤੇ ਬਿਆਨ ਕੀਤਾ ਨਹੀਂ ਜਾ ਸਕਦਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣ, ਅੱਗੇ ਗਿਆ ਨਾ ਸੋ ਹੈ। ਫਿਰ ਕਹਿੰਦੇ ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਉਹ ਸਾਹਿਬ ਬੜਾ ਵੱਡਾ ਹੈ, ਜਿਹਨੂੰ ਸਤਿਗੁਰੂ ਜੀ ਆਖਦੇ ਵੱਡਾ ਮੇਰਾ ਗੋਬਿੰਦ ਅਗੰਮ ਅਗੋਚਰ। ਉਹ ਬਹੁਤ ਬੇਅੰਤ ਹੈ। ਵੱਡੀ ਨਾਈ, ਉਹਦੀ ਵਡਿਆਈ ਵੀ ਬਹੁਤ, ਜਿੱਡਾ ਵੱਡਾ ਉਹ ਆਪ ਓਡੀ ਵੱਡੀ ਉਹਦੀ ਵਡਿਆਈ। ਜਿਹਨੂੰ ਸਤਿਗੁਰੂ ਜੀ ਦੇ ਪਾਵਨ ਬਚਨਾਂ 'ਚ ਆਪਾਂ ਪੜ੍ਹਦੇ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿਨੈ ਪਾਏ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਹੋ ਕੀ ਰਿਹਾ? ਜੋ ਕਰ ਰਿਹਾ। ਬ੍ਰਹਿਮੰਡ ਦੇ ਉੱਤੇ ਉਹਦੇ ਤੋਂ ਇਲਾਵਾ ਕੋਈ
ਕਰਨ ਵਾਲਾ ਨਹੀਂ ਹੈ। ਜਿਹਨੂੰ ਸਾਹਿਬ ਕਹਿੰਦੇ ਕਰਨ ਕਰਾਵਣ ਹਾਰ ਸੁਆਮੀ, ਖੇਲੇ ਬਿਗਸੈ ਅੰਤਰ ਜਾਮੀ। ਉਹਦੇ ਤੋਂ ਇਲਾਵਾ ਹੈ ਕੌਣ? ਨਾ ਤੇ ਸਮਾਜ ਉੱਤੇ ਕੋਈ ਐਸਾ ਜੀਵ ਹੈ ਜਿਹੜਾ ਆਪਣੀ ਮਰਜ਼ੀ ਨਾਲ ਕਿਸੇ ਨੂੰ, ਕਿਸੇ ਵਸਤੂ ਨੂੰ ਬਣਾ ਸਕਦਾ ਹੋਵੇ ਜਾਂ ਕਿਸੇ ਜੀਵ ਨੂੰ ਪੈਦਾ ਕਰ ਸਕਦਾ ਹੋਵੇ। ਸਾਹਿਬ ਕੀ ਕਹਿੰਦੇ? ਮਾਰੇ ਰਾਖੈ ਏਕੋ ਆਪ। ਨਾ ਕੋਈ ਮਾਰਨ ਵਾਲਾ, ਨਾ ਕੋਈ ਰੱਖਣ ਵਾਲਾ, ਤੇ ਫਿਰ ਪੈਦਾ ਕਰਨ ਵਾਲਾ ਕੋਈ ਕਿਵੇਂ ਹੋ ਸਕਦਾ? ਬਣਾਉਣ ਵਾਲਾ ਵੀ ਉਹ, ਢਾਉਣ ਵਾਲਾ ਵੀ ਉਹ, ਪਰਵਰਿਸ਼ ਕਰਨ ਵਾਲਾ ਵੀ ਉਹ। ਬਣਾਉਣ ਤੋਂ ਬਾਅਦ ਵਿੱਚ ਢਾਉਣ ਤੱਕ ਦਾ ਜਿਹੜਾ ਸਮਾਂ ਸਫ਼ਰ ਤੈਅ ਕਰਨਾ ਹੈ, ਉਹਦੇ ਵਿਚਲਾ ਜਿਹੜਾ ਸਮਾਂ, ਉਸ ਸਮੇਂ ਵਿੱਚ ਸਾਂਭਣ ਵਾਲਾ ਵੀ ਉਹ। ਕਿਉਂਕਿ ਕੀਤਾ ਜਾ ਕਾ ਹੋਵੇ, ਸਾਰਾ ਕੁਝ ਕੀਤਾ ਤੇ ਉਸੇ ਦਾ ਹੀ ਹੋ ਰਿਹਾ ਨਾ। ਜਿਹਨੂੰ ਸਾਹਿਬ ਕਹਿੰਦੇ ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਅਕਾਲ ਪੁਰਖ ਪਰਮੇਸ਼ਵਰ ਜੀ ਸਾਰਾ ਕੁਝ ਕੀਤਾ ਹੋਇਆ ਤੁਹਾਡਾ ਹੀ ਹੋ ਰਿਹਾ, ਸਾਡਾ ਤੇ ਹੈ ਹੀ ਕੁਛ ਨਹੀਂ। ਅਸੀਂ ਤੇ ਆਪਣੀ ਮਰਜ਼ੀ ਨਾਲ ਖੁਦ ਆਪ ਆਪਣੇ ਸਰੀਰ ਨੂੰ ਖੜਿਆ ਨਹੀਂ ਕਰ ਸਕਦੇ, ਹੋਰ ਤੇ ਅਸੀਂ ਕੀ ਕਰਨਾ? ਅਸੀਂ ਆਪਣੀ ਮਰਜ਼ੀ ਦੇ ਨਾਲ, ਆਪਣੇ ਹੱਥਾਂ ਦੇ ਨਾਲ ਕੋਈ ਕਾਰਜ ਨਹੀਂ ਕਰ ਸਕਦੇ, ਕਿਰਤ ਨਹੀਂ ਕਰ ਸਕਦੇ। ਰੱਬਾ ਜੇ ਤੂੰ ਨਾ ਚਾਹਵੇਂ ਤੇ। ਹੱਥਾਂ ਨਾਲ ਕਿਰਤ ਬੜੀ ਦੂਰ ਦੀ ਗੱਲ ਹੈ, ਪੈਰਾਂ ਨਾਲ ਚੱਲਣਾ ਬੜੀ ਦੂਰ ਦੀ ਗੱਲ ਹੈ। ਅਸੀਂ ਜ਼ੁਬਾਨ ਤੋਂ ਇੱਕ ਸ਼ਬਦ ਨਹੀਂ ਬੋਲ ਸਕਦੇ ਜੇ ਰੱਬ ਬੁਲਾਉਣਾ ਨਹੀਂ ਚਾਹੁੰਦਾ ਤੇ। ਸ਼ਬਦ ਬੋਲਣਾ ਵੀ ਬੜੀ ਦੂਰ ਦੀ ਗੱਲ, ਉਹ ਵੀ ਇਨਸਾਨ ਜਦੋਂ ਮਾਈਂਡ ਵਿੱਚ ਕੁਝ ਚੱਲਦਾ ਫਿਰ ਬੋਲਦਾ। ਕੁਝ ਕਿਰਿਆਵਾਂ ਨਾ ਸਾਡੀਆਂ ਆਪਣੇ ਆਪ ਸਰੀਰਕ ਹੁੰਦੀਆਂ ਨੇ, ਜਿਵੇਂ ਸਾਡੀਆਂ ਅੱਖਾਂ ਦਾ ਝਪਕਣਾ, ਸਾਡੇ ਸਵਾਸਾਂ ਦਾ ਚੱਲਣਾ, ਇਹ ਕਿਰਿਆਵਾਂ ਆਪਣੇ ਆਪ ਨੇ। ਸਾਡੇ ਦਿਲ ਦਾ ਧੜਕਣਾ, ਇਹ ਆਪਣੇ ਆਪ ਹੁੰਦੀਆਂ, ਇਹ ਇਨਸਾਨ ਨੂੰ ਕਰਨੀਆਂ ਨਹੀਂ ਪੈਂਦੀਆਂ। ਅੱਖਾਂ ਇਨਸਾਨ ਨੂੰ ਨਹੀਂ ਝਪਕਣੀਆਂ ਪੈਂਦੀਆਂ, ਆਪਣੇ ਆਪ ਝਪਕੀਆਂ ਜਾਂਦੀਆਂ। ਸਾਹ ਇਨਸਾਨ ਨੂੰ ਲੈਣਾ ਨਹੀਂ ਪੈਂਦਾ, ਕਿਉਂਕਿ ਜੈਸਾ ਇਨਸਾਨ ਦਾ ਮਤ ਜਾਂ ਦਿਮਾਗ ਉਸ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਬਣਾਏ ਕੰਮ ਕਰਦਾ ਕਰਦਾ ਹੀ ਭੁੱਲ ਜਾਂਦਾ। ਜਿੱਦਣ ਸਾਹ ਲੈਣਾ ਭੁੱਲ ਜਾਏ ਉਦੋਂ ਕੀ ਕਰੇਗਾ? ਪਰ ਉਹ ਆਪਣੇ ਆਪ ਚੱਲ ਰਿਹਾ ਸਾਰਾ ਕੁਝ। ਦਿਲ ਨੇ ਆਪਣੇ ਆਪ ਸਾਡੇ ਬਲੱਡ ਨੂੰ, ਹਾਰਟ ਨੇ ਸਾਡੇ ਬਲੱਡ ਨੂੰ ਪੰਪ ਕਰੀ ਜਾਣਾ, ਉਹ ਆਪਣੇ ਆਪ ਕਰ ਰਿਹਾ। ਉਹਨੂੰ ਕਹਿ ਕੇ ਨਹੀਂ ਕਰਾਉਣਾ ਪੈਂਦਾ ਵੀ ਹੁਣ ਤੂੰ ਬਲੱਡ ਪੰਪ ਕਰ, ਉਹ ਆਪਣੇ ਆਪ ਕਰੀ ਜਾਂਦਾ। ਕਿਹਦੀ ਮਰਜ਼ੀ ਨਾਲ ਕਰ ਰਿਹਾ? ਅੱਖਾਂ ਕਿਹਦੀ ਮਰਜ਼ੀ ਨਾਲ ਝਪਕੀਆਂ ਜਾ ਰਹੀਆਂ? ਕਿੰਨੇ ਸਾਹ ਲੈਣ ਦੀ ਕਿਰਿਆ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ। ਅਸੀਂ ਤੇ ਉਹਦੀ ਮਰਜ਼ੀ ਤੋਂ ਬਿਨਾਂ ਅੱਖਾਂ ਨਹੀਂ ਝਪਕ ਸਕਦੇ, ਉਹਦੀ ਮਰਜ਼ੀ ਤੋਂ ਬਿਨਾਂ ਸਾਹ ਨਹੀਂ ਲੈ ਸਕਦੇ, ਉਹਦੀ ਮਰਜ਼ੀ ਤੋਂ ਬਿਨਾਂ ਸਾਡਾ ਹਾਰਟ ਜਿਹੜਾ ਹੈ, ਦਿਲ ਜਿਹੜਾ ਹੈ, ਇਹ ਬਲੱਡ ਨੂੰ ਪੰਪ ਨਹੀਂ ਕਰ ਸਕਦਾ। ਹੋਰ ਇਸ ਤੋਂ ਵੱਧ ਕੇ ਕੀ ਅਕਾਲ ਪੁਰਖ ਪਰਮੇਸ਼ਵਰ ਦੀ ਜਦੋਂ ਕੁਦਰਤ ਨੂੰ ਜਾਣਾਂਗੇ ਤੇ ਕੀ ਸਮਝਾਂਗੇ ਅਸੀਂ? ਕੀਤਾ ਜਾਗਾ ਹੋਵੇ, ਹੋ ਤੇ ਉਹਦਾ ਹੀ ਕੀਤਾ ਰਿਹਾ ਨਾ। ਅੱਜ ਮੇਰੇ ਸਰੀਰ ਵਿੱਚੋਂ ਰੱਬ ਦੀ ਜੋਤ ਨਿਕਲ ਜਾਏ, ਅੱਖਾਂ ਉੱਥੇ ਹੀ ਖੜ ਜਾਣਗੀਆਂ ਜਿੱਥੇ ਖੜੀਆਂ ਨੇ। ਸਰੀਰ ਉੱਥੇ ਹੀ ਆਕੜ ਜਾਏਗਾ, ਜਿਸ ਪੋਜੀਸ਼ਨ ਵਿੱਚ ਬੈਠਾ ਸੀ ਜਾਂ ਜਿਸ ਪੋਜੀਸ਼ਨ ਵਿੱਚ ਸਰੀਰ ਸੀ ਉੱਥੇ ਹੀ ਆਕੜ ਜਾਣਾ। ਕਿੱਡੀ ਸਮੂਥਨੈਸ ਹੈ ਉਹਨਾਂ ਚਿਰ ਬਾਡੀ ਦੇ ਅੰਦਰ, ਫਲੈਕਸੀਬਿਲਿਟੀ ਕਿੱਡੀ ਹੈ ਜਿੰਨਾ ਚਿਰ ਰੱਬੀ ਜੋਤ ਅੰਦਰ ਬੈਠੀ ਹੈ। ਬਸ ਉਹ ਰੱਬੀ ਜੋਤ ਨਿਕਲਣ ਦੀ ਦੇਰ ਹੈ। ਨਾ ਗਰਦਨ ਨੇ ਘੁੰਮਣਾ, ਨਾ ਹੱਥਾਂ ਨੇ ਮੁੜਨਾ, ਨਾ ਪੈਰਾਂ ਨੇ ਮੁੜਨਾ, ਨਾ ਗੋਡਿਆਂ ਨੇ ਮੁੜਨਾ। ਤੇ ਜੇ ਉਹਨਾਂ ਨੂੰ ਮੋੜਨ ਦੀ ਲੋੜ ਪੈ ਜਾਏ, ਹੱਡੀਆਂ ਤੋੜ ਕੇ ਮੋੜਨੇ ਪੈਂਦੇ। ਅੱਜ ਤੱਕ ਕਿਸੇ ਦੀ ਹੱਡੀ ਤੋੜ ਕੇ ਮੋੜਿਆ? ਅੱਜ ਸਾਨੂੰ ਲੋੜ ਪਈ ਵੀ ਮੇਰੀਆਂ ਬਾਹਾਂ ਮੈਂ ਹੱਡੀ ਤੋੜ ਕੇ ਮੋੜਾਂ? ਨਹੀਂ, ਕਿਉਂਕਿ ਅਜੇ ਰੱਬੀ ਜੋਤ ਅੰਦਰ ਬੈਠੀ ਹੈ, ਅਜੇ ਟਿਕੀ ਹੋਈ ਹੈ। ਤੇ ਫਿਰ ਕੀਤਾ ਜਾ ਕਾ ਹੋਵੇ, ਸਾਰਾ ਕੁਝ ਕੀਤਾ ਤੇ ਉਸੇ ਦਾ ਹੀ ਹੋ ਰਿਹਾ ਨਾ। ਸਾਡਾ ਤੇ ਕੁਝ ਵੀ ਨਹੀਂ ਹੈ। ਜੇ ਅਸੀਂ ਸਮਾਜ ਵਿੱਚ ਕਿਸੇ ਵੀ ਵਸਤੂ ਦੀ ਗੱਲ ਕਰਾਂਗੇ, ਕਿਸੇ ਪਦਾਰਥ ਦੀ ਗੱਲ ਕਰਾਂਗੇ, ਤੇ ਸਾਰਾ ਕੁਝ ਉਸੇ ਦਾ ਹੀ ਕੀਤਾ ਹੈ। ਜੀਵਾਂ ਦਾ ਪੈਦਾ ਹੋਣਾ, ਜੀਵਾਂ ਦਾ ਸੰਸਾਰ ਤੇ ਆਉਣਾ, ਜੀਵਾਂ ਦਾ ਸੰਸਾਰ ਤੋਂ ਚਲੇ ਜਾਣਾ,
ਜੀਵਾਂ ਦਾ ਸੰਸਾਰ ਉੱਤੇ ਆ ਕੇ ਕਾਰ ਵਿਹਾਰ ਕਰਨਾ, ਸੰਸਾਰ ਦੇ ਉੱਤੇ ਆ ਕੇ ਕਾਰ ਵਿਹਾਰ ਕਰਦਿਆਂ ਇਹਨਾਂ ਝਮੇਲਿਆਂ ਵਿੱਚ ਫਸ ਜਾਣਾ, ਕੀਤਾ ਜਾ ਕਾ ਹੋਵੇ। ਸਾਰਾ ਕੁਝ ਹੈ ਹੀ ਉਹਦਾ, ਬਸ ਉਹਦਾ ਭਾਣਾ ਹੈ। ਇੱਕ ਨਾ ਭਾਣਾ ਕੱਢ ਲਈ, ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਨੂੰ ਉਹਨੇ ਵਿੱਚ ਫਸਾ ਕੇ ਗਲਤਾਨ ਕਰਕੇ ਰੱਖਤਾ, ਕਈ ਉਪਰਾਮ ਕਰ ਲਏ ਉਹਨੇ। ਜਿਹੜਾ ਸਮਝ ਗਿਆ ਉਹ ਉਪਰਾਮ ਹੋ ਗਿਆ, ਜਿਹੜਾ ਬੇਸਮਝ ਰਿਹਾ ਸਾਰੀ ਜ਼ਿੰਦਗੀ ਉਹ ਗਲਤਾਨ ਰਹਿ ਗਿਆ। ਜਿਹੜਾ ਇਸ ਗੱਲ ਨੂੰ ਸਮਝ ਗਿਆ ਕਿ ਇਹ ਮਾਇਆ ਵਿੱਚ ਗਲਤਾਨ ਹੋਇਆ, ਮੈਂ ਮਾਇਆ ਬਣਾਉਣ ਵਾਲੇ ਅਕਾਲ ਪੁਰਖ ਤੋਂ ਦੂਰ ਹੋ ਜਾਵਾਂਗਾ, ਉਹਨੇ ਮਾਇਆ ਬਣਾਉਣ ਵਾਲੇ ਨਾਲ ਪ੍ਰੇਮ ਪਾਇਆ, ਉਹ ਮਾਇਆ 'ਚ ਗਲਤਾਨ ਨਹੀਂ ਹੋਇਆ। ਜਿਹੜਾ ਨਹੀਂ ਸਮਝਿਆ ਉਹ ਕਹਿੰਦਾ ਵੀ ਰੱਬ ਵੀ ਕੋਈ ਵਸਤੂ ਹੈ, ਨਹੀਂ, ਜਿੰਨਾ ਕੁਝ ਦਿਖ ਰਿਹਾ ਬਸ ਆਹੀ ਹੈ। ਸਤਿਗੁਰੂ ਜੀ ਆਖਦੇ, ਕਹਿੰਦੇ ਵੱਡਾ ਸਾਹਿਬ ਵੱਡੀ ਨਾਈ, ਉਹ ਬੜਾ ਵੱਡਾ ਹੈ ਮਾਲਕ। ਜਿਹਨੂੰ ਸਤਿਗੁਰੂ ਜੀ ਨੇ ਆਖਿਆ ਨਾ, ਜੇ ਉਸ ਰੱਬ ਦੇ ਗੁਣਾਂ ਨੂੰ ਗਾਉਣ ਦੀ ਗੱਲ ਕਰਦੇ ਤੇ ਮਾਲਕ ਜੀ ਕਹਿੰਦੇ ਬਹੁਤਾ ਕਹੀਏ ਬਹੁਤਾ ਹੋਏ। ਅਸੀਂ ਉਹਨੂੰ ਜਿੰਨਾ ਕਹੀ ਜਾਵਾਂਗੇ ਓਨਾ ਹੀ ਉਹਨੇ ਵਧੀ ਜਾਣਾ ਹੈ। ਜਿੰਨਾ ਉਹਦੇ ਬਾਰੇ ਆਖੀ ਜਾਵਾਂਗੇ ਉਦੋਂ ਅਗਾਂਹ ਹੀ ਦਿਸੇਗਾ। ਉਹ ਸੀਮਤ ਨਹੀਂ ਹੈ, ਰੱਬ ਅਸੀਮਤ ਹੈ ਤੇ ਉਹਨੂੰ ਅਸੀਂ ਕਿਸੇ ਵੀ ਲਿਮਟ ਵਿੱਚ ਲੈ ਕੇ ਨਹੀਂ ਆ ਸਕਦੇ। ਉਹ ਹੈ ਹੀ ਅਨਲਿਮਿਟਿਡ। ਜਿੰਨਾ ਮਰਜ਼ੀ ਯਤਨ ਕਰ ਲਈਏ, ਅੱਜ ਅਸੀਂ ਭਾਵੇਂ ਸਾਰਾ ਸੰਸਾਰ ਬ੍ਰਹਿਮੰਡ ਇਕੱਠਾ ਹੋ ਕੇ ਰੱਬ ਨੂੰ ਗਾ ਲਈਏ, ਪਰ ਫਿਰ ਵੀ ਰੱਬ ਦਾ ਪਾਰ ਅਥਾਹ ਸਾਡੇ ਕੋਲੋਂ ਨਹੀਂ ਪੈਣਾ। ਉਹ ਹੈ ਹੀ ਬੇਅੰਤ। ਤੇ ਸ਼ਾਇਦ ਆਪ ਜੀ ਦੇ ਸਨਮੁਖ ਪਹਿਲੋਂ ਵੀ ਇੱਕ ਵਾਰ ਜ਼ਿਕਰ ਕੀਤਾ ਹੋਵੇ, ਰੱਬ ਦੇ ਗੁਣਾਂ ਨੂੰ ਗਾਇਨ ਕਰਨਾ ਜਾਂ ਉਹਦੇ ਬਾਰੇ ਵਿੱਚ ਦੱਸਣਾ ਤੇ ਬਸ ਉਹ ਹੈ ਕਿ ਜਿਵੇਂ ਲੂਣ ਦੀਆਂ ਕੁਝ ਘਟੇਰੀਆਂ ਇਕੱਠੀਆਂ ਹੋ ਕੇ ਤੇ ਸਮੁੰਦਰ ਦਾ ਪਾਰ ਪਾਉਣ ਚੱਲੀਆਂ। ਤੇ ਉਹ ਜਿੰਨਾ ਮਰਜ਼ੀ ਵੱਡਾ ਢੇਰ ਹੋਵੇ, ਜਿੱਡਾ ਮਰਜ਼ੀ ਵੱਡਾ ਲੂਣ ਦਾ ਪੀਸ ਹੋਵੇ, ਉਹਨੂੰ ਜਦੋਂ ਸਮੁੰਦਰ 'ਚ ਸੁੱਟਾਂਗੇ ਉਹਨੇ ਵਿੱਚ ਹੀ ਸਮਾ ਜਾਣਾ। ਦੱਸੇਗੀ ਤੇ ਬਾਹਰ ਆ ਕੇ ਤਾਂ ਨਾ, ਜੇ ਉਹਦੇ ਵਿੱਚੋਂ ਬਾਹਰ ਆਏਗੀ। ਬਸ ਆਹੀ ਹੈ ਇਨਸਾਨ ਦੀ ਬਾਤ। ਕਈ ਵਾਰੀ ਇਨਸਾਨ ਤੁਰਦਾ ਤੇ ਹੈ ਕਿ ਮੈਂ ਰੱਬ ਦੇ ਬਾਰੇ ਪਤਾ ਕਰਨ ਚੱਲਿਆ, ਸਮਝਣ ਚੱਲਿਆ, ਵੇਖਣ ਚੱਲਿਆ ਰੱਬ ਕਿੱਡਾ ਹੈ। ਜੇ ਤੇ ਉਹ ਮਤ ਤਿਆਗ ਕੇ ਆਪਣੀ ਰੱਬ ਦੇ ਬਾਰੇ ਵਿੱਚ ਸਮਝਣ ਦੀ ਕੋਸ਼ਿਸ਼ ਕਰੇਗਾ, ਰੱਬ ਦੇ ਬਾਰੇ ਵਿੱਚ ਜਾਣਨ ਦੀ ਯਤਨ ਕਰੇਗਾ, ਤੇ ਇੱਕ ਦਿਨ ਆਏਗਾ ਐਸਾ ਜਿਸ ਦਿਨ ਉਹ ਰੱਬ ਨੂੰ ਪਤਾ ਕਰਦਾ ਕਰਦਾ ਰੱਬ ਵਿੱਚ ਸਮਾ ਜਾਏਗਾ, ਪਰ ਦੁਨੀਆ ਨੂੰ ਦੱਸ ਨਹੀਂ ਸਕੇਗਾ ਕਿ ਰੱਬ ਕੀ ਹੈ। ਪਰ ਜੇ ਕੋਈ ਐਸਾ ਨਹੀਂ ਤੇ ਅਗਾਂਹ ਪੌੜੀਆਂ ਵਿੱਚ ਜਾ ਕੇ ਸਤਿਗੁਰੂ ਨੇ ਜ਼ਿਕਰ ਕਰਨਾ, ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ। ਮਾਲਕ ਕਹਿੰਦੇ ਫਿਰ ਐਸੇ ਵੀ ਨੇ ਨਾ ਜਿਹੜੇ ਕਹਿੰਦੇ ਵੀ ਮੈਂ ਦੱਸ ਸਕਦਾ, ਮੈਂ ਦੱਸ ਸਕਦਾ ਜੀ ਰੱਬ ਕੀ ਹੈ। ਤੇ ਸਾਹਿਬ ਕਹਿੰਦੇ ਨਾਨਕ ਜੇ ਕੋ ਆਪੋ ਜਾਣੇ, ਜੇ ਕੋਈ ਆਪਣੇ ਕੋਲੋਂ ਜਾਣੇ ਜਾਂ ਆਪਣੇ ਕੋਲੋਂ ਆਖਣ ਦੀ ਕੋਸ਼ਿਸ਼ ਵੀ ਕਰੇ, ਫਿਰ ਅੱਗੇ ਗਿਆ ਨਾ ਸੋ ਹੈ। ਉਹ ਅੱਗੇ ਗਿਆ ਫਿਰ ਸ਼ੋਭਦਾ ਨਹੀਂ, ਅੱਗੇ ਗਿਆ ਨਾ ਸੋ ਹੈ। ਫਿਰ ਹਾਲਾਤ ਉਹ ਬਣਨਗੇ ਜਿਹਨੂੰ ਸਤਿਗੁਰੂ ਜੀ ਆਖਦੇ, ਜੇ ਕੋ ਕਹੇ ਪਿੱਛੇ ਪਛੁਤਾਏ। ਅੱਜ ਮੈਂ ਰੱਬ ਦੇ ਬਾਰੇ ਵਿੱਚ ਇੱਕ ਬਿਆਨ ਦੇ ਦਾਂ, ਕੱਲ ਨੂੰ ਮੈਨੂੰ ਉਸ ਬਿਆਨ ਨੂੰ ਲੈ ਕਰਕੇ ਰੱਬ ਦੇ ਬਾਰੇ 'ਚ ਕੁਝ ਹੋਰ ਪਤਾ ਲੱਗ ਜਾਏ, ਪਹਿਲੇ ਕਹੇ ਤੇ ਮੈਂ ਪਛਤਾਵਾਂਗਾ ਹੀ ਨਾ ਕਿ ਮੈਨੂੰ ਕਹਿਣਾ ਨਹੀਂ ਸੀ ਚਾਹੀਦਾ। ਕਿਉਂਕਿ ਮੈਂ ਤੇ ਕਿਸੇ ਇੱਕ ਲਿਮਟ ਵਿੱਚ ਰੱਬ ਬਾਰੇ ਆਖਾਂਗਾ। ਤੇ ਜਦੋਂ ਰੱਬ ਦੇ ਗੁਣਾਂ ਦਾ ਗੱਲ, ਹੁਣ ਸਮਾਜ ਉੱਤੇ ਜਦੋਂ ਕਿਸੇ ਪਾਸੇ ਵੀ ਝਾਤ ਮਾਰ ਕੇ ਵੇਖੋ, ਸਮਾਜ ਤੇ ਕੀ ਹੈ? ਰੱਬ ਦੇ ਗੁਣ ਹੀ ਤੇ ਗੁਣ ਨੇ, ਰੱਬ ਹੀ ਤੇ ਰਹਿਮਤ ਵਰਤਾ ਰਿਹਾ ਨਾ। ਬਸ ਸਾਡੇ ਵੇਖਣ ਦਾ ਨਜ਼ਰੀਆ ਹੈ। ਕਿਸੇ ਨੇ ਕਿਸੇ ਗੁਣ ਨੂੰ ਵੇਖਿਆ, ਕਿਸੇ ਨੇ ਕਿਸੇ ਗੁਣ ਨੂੰ ਵੇਖਿਆ। ਜਿਹਨੇ ਜਿਸ ਨਜ਼ਰੀਏ ਨਾਲ ਰੱਬ ਨੂੰ ਦੇਖ ਲਿਆ, ਉਹਨੂੰ ਉਸੇ ਨਜ਼ਰੀਏ ਵਿੱਚ ਰੱਬ ਦਿਸ ਗਿਆ। ਇਹੋ ਕਾਰਨ ਹੈ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ, ਤੇ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਗ੍ਰੰਥ ਸਾਹਿਬ ਨੇ ਜਿੰਨੀ ਵਾਰੀ ਵੀ ਰੱਬ ਦਾ ਜ਼ਿਕਰ ਕੀਤਾ ਤੇ ਕਿੰਨੇ ਰਿਸ਼ਤਿਆਂ ਵਿੱਚ ਰੱਬ ਦਾ ਜ਼ਿਕਰ ਕੀਤਾ। ਸ਼ਾਇਦ ਦੁਨੀਆ ਦਾ ਕੋਈ ਰਿਸ਼ਤਾ ਨਾਤਾ ਹੋਵੇ ਜਿਸ ਦਾ ਨਹੀਂ ਜ਼ਿਕਰ ਕੀਤਾ। ਮਿੱਤਰ, ਜੇ ਰੱਬ ਨੂੰ ਹੀ ਮਿੱਤਰ ਦੇ ਨਜ਼ਰੀਏ ਨਾਲ ਵੇਖਿਓ, ਮਿੱਤਰ ਬਣ ਜਾਂਦਾ।
ਰੱਬ ਨੂੰ ਪੁੱਤਰ ਦੇ ਨਜ਼ਰੀਏ ਨਾਲ ਵੇਖਿਓ, ਪੁੱਤਰ ਬਣ ਜਾਂਦਾ। ਰੱਬ ਨੂੰ ਪਿਤਾ ਦੇ ਨਜ਼ਰੀਏ ਨਾਲ ਵੇਖਿਓ, ਪਿਤਾ ਵੀ ਬਣ ਜਾਂਦਾ, ਰਿਸ਼ਤੇਦਾਰ ਵੀ ਬਣ ਜਾਂਦਾ, ਮਾਂ ਵੀ ਬਣ ਜਾਂਦੀ, ਬੰਧਪ ਵੀ ਬਣ ਜਾਂਦਾ, ਪਤੀ ਵੀ ਬਣ ਜਾਂਦਾ। ਪਤੀ ਤੇ ਹੈ ਹੀ ਉਹ ਅਕਾਲ ਪੁਰਖ ਪਰਮੇਸ਼ਵਰ ਸਾਡਾ ਸਾਰਿਆਂ ਦਾ। ਜਿਸ ਨਜ਼ਰੀਏ ਨਾਲ ਅਸੀਂ ਵੇਖਾਂਗੇ, ਜੇ ਉਹਨੂੰ ਗਰੀਬ ਨਵਾਜ਼ ਨਜ਼ਰੀਏ ਨਾਲ ਵੇਖਿਆ, ਉਹ ਗਰੀਬ ਨਵਾਜ਼ ਵੀ ਹੈ। ਉਹਨੂੰ ਦਇਆਲਤਾ ਦੇ ਨਜ਼ਰੀਏ ਨਾਲ ਵੇਖਿਆ, ਉਹ ਦਇਆਲੂ ਵੀ ਬੜਾ ਵੱਡਾ ਹੋ। ਉਹਦੇ ਵਰਗੀ ਤੇ ਦਇਆ ਕੋਈ ਕਰ ਹੀ ਨਹੀਂ ਸਕਦਾ। ਉਹ ਸਮਾਜ ਤੇ ਕਿੱਡੀ ਦਇਆ ਕਰ ਰਿਹਾ। ਕੋਈ ਉਹਨੂੰ ਅਪ ਸ਼ਬਦ ਬੋਲੇ, ਕੋਈ ਉਹਨੂੰ ਚੇਤੇ ਕਰੇ ਨਾ ਕਰੇ, ਉਹ ਫਿਰ ਵੀ ਰਿਜ਼ਕ ਦੇਈ ਜਾਂਦਾ। ਹੁਣ ਉਹਦੇ ਵਰਗਾ ਦਇਆਲੂ ਕਿਹੜਾ ਬਣੇਗਾ? ਜੇ ਅਕਾਲ ਪੁਰਖ, ਹੁਣ ਸਾਨੂੰ ਕੋਈ ਅਪ ਸ਼ਬਦ ਬੋਲੇ, ਦੂਜੀ ਵਾਰੀ ਅਸੀਂ ਉਹਨੂੰ ਆਪਣੇ ਕੋਲੇ ਨਹੀਂ ਆਉਣ ਦਿੰਦੇ। ਤੂੰ ਕੌਣ ਹੁੰਦਾ ਸਾਨੂੰ ਅਪ ਸ਼ਬਦ ਬੋਲਣ ਵਾਲਾ? ਜਿੱਥੇ ਰੱਬ ਦੀ ਸ਼ੋਭਾ ਗਾਉਣ ਵਾਲੇ ਬੇਅੰਤ ਨੇ ਨਾ, ਉੱਥੇ ਰੱਬ ਨੂੰ ਅਪ ਸ਼ਬਦ ਬੋਲਣ ਵਾਲੇ ਵੀ ਬੇਅੰਤ ਨੇ। ਪਰ ਕੀ ਉਹ ਭੁੱਖੇ ਮਰਦੇ ਵੇਖੇ ਨੇ? ਨਹੀਂ, ਰੱਬ ਦੇ ਰਿਹਾ। ਜਿੱਥੇ ਰੱਬ ਨੂੰ ਗਾਉਣ ਵਾਲਿਆਂ ਦੀ ਗਿਣਤੀ ਹੈ ਨਾ, ਜਿਹੜੇ ਕਹਿੰਦੇ ਰੱਬ ਦੀ ਹੋਂਦ ਹੈ ਜੀ, ਰੱਬ ਅਸੀਂ ਮੰਨਦੇ ਹਾਂ, ਉਹਨਾਂ ਦੀ ਗਿਣਤੀ ਬਹੁਤ ਹੈ। ਪਰ ਦੂਜੇ ਪਾਸੇ ਉਹਨਾਂ ਦੀ ਵੀ ਗਿਣਤੀ ਹੈ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ। ਤੇ ਕੀ ਉਹ ਸੰਸਾਰ ਤੇ ਰਹਿ ਨਹੀਂ ਰਹੇ? ਰੱਬ ਦਾ ਗੁਣ ਹੀ ਹੈ ਨਾ ਕਿ ਉਹਨੇ ਕਿਸੇ ਪ੍ਰਕਾਰ ਵੀ ਕਿਸੇ ਉੱਤੇ ਥੋਪਿਆ ਨਹੀਂ ਹੈ ਕੁਛ। ਜਿਵੇਂ ਇਨਸਾਨ ਰਹਿ ਰਿਹਾ, ਜਿਸ ਨਜ਼ਰੀਏ ਨਾਲ ਉਹਨੂੰ ਵੇਖ ਰਿਹਾ, ਬਸ ਉਸੇ ਨਜ਼ਰੀਏ ਵਿੱਚ ਇਨਸਾਨ ਦੇ ਸਾਹਮਣੇ। ਇਹੋ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਅਪਾਰਤਾ ਦਾ ਬੜਾ ਵੱਡਾ ਗੁਣ ਹੈ ਕਿ ਉਹਦੇ ਬਾਰੇ ਵਿੱਚ ਅੱਜ ਤੱਕ ਕੋਈ ਸਮਝ ਨਹੀਂ ਸਕਿਆ। ਜਿੰਨਾ ਮਰਜ਼ੀ ਜਾਣਨ ਦੀ ਕੋਈ ਕੋਸ਼ਿਸ਼ ਕਰ ਲਏ, ਉਹਦੇ ਬਾਰੇ ਵਿੱਚ ਕਿਸੇ ਨੂੰ ਸਮਝ ਨਹੀਂ ਲੱਗੀ ਵੀ ਮੈਂ ਕਿਹੜੇ ਰੂਪ ਵਿੱਚ ਵੇਖਾਂ ਤੇ ਨਿਹਾਰਾਂ, ਕਿਹੜੇ ਰੂਪ ਵਿੱਚ। ਕਿੱਥੇ ਜਾ ਕੇ ਸਮਾਜ ਨੂੰ ਕਹਿ ਦਿਆਂ ਕਿ ਇੱਥੇ ਰੱਬ ਅਖੀਰ ਹੈ, ਇੱਥੇ ਆ ਕੇ ਰੱਬ ਨਹੀਂ ਰਹਿ ਜਾਂਦਾ। ਮੈਂ ਕਿਸੇ ਪੱਥਰਾਂ ਦੇ ਵਿੱਚ ਜਾ ਕੇ ਨਹੀਂ ਕਹਿ ਸਕਦਾ ਵੀ ਰੱਬ ਇੱਥੇ ਨਹੀਂ ਹੈ। ਉਹਨਾਂ ਵਿੱਚ ਬੈਠੇ ਜੀਵਾਂ ਵਿੱਚ ਕਿਹਦੀ ਜੋਤ ਹੈ? ਪੱਥਰਾਂ ਦੇ ਵਿੱਚ ਬੈਠੇ ਜੀਵ ਜਿਹੜੇ, ਉਹਨਾਂ ਵਿੱਚ ਵੀ ਤੇ ਰੱਬੀ ਜੋਤ ਹੀ ਹੈ ਨਾ। ਕਿਸੇ ਪਾਸਿਓਂ ਰਾਹ ਨਹੀਂ, ਆਉਣ ਦਾ ਜਾਣ ਦਾ ਰਾਹ ਨਹੀਂ ਹੈ। ਉਹਦੇ ਵਿੱਚ ਹੀ ਉਹ ਪੈਦਾ ਹੁੰਦੇ, ਉਹਦੇ ਵਿੱਚ ਹੀ ਉਹ ਮਰ ਜਾਂਦੇ ਨੇ। ਕੌਣ ਹੈ ਉੱਥੇ ਬੈਠਾ ਜਿਹੜਾ ਉਹਨਾਂ ਦੀ ਪਰਵਰਿਸ਼ ਕਰ ਰਿਹਾ? ਅਕਾਲ ਪੁਰਖ ਪਰਮੇਸ਼ਵਰ। ਉਹਦੀ ਸ੍ਰਿਸ਼ਟੀ ਬਾਰੇ ਅਸੀਂ ਕੁਝ ਵੀ ਬਿਆਨ ਨਹੀਂ ਕਰ ਸਕਦੇ। ਉਹ ਬੇਅੰਤ ਹੈ, ਅਪਾਰ ਹੈ। ਉਹਦੇ ਬਾਰੇ ਵਿੱਚ ਕੁਝ ਆਖਣਾ ਸਾਡੀ ਇੱਕ ਕਹਿ ਲਈਏ ਵੀ ਵਾਹ ਤੋਂ ਪਰੇ ਦੀ ਗੱਲ ਹੈ। ਸਾਡਾ ਜ਼ੋਰ ਨਹੀਂ ਹੈ, ਜਾਂ ਸਾਡੇ ਕੋਲ ਹੋਰ ਕੋਈ ਪੈਰਾਮੀਟਰ ਨਹੀਂ ਹੈ ਸ਼ਬਦਾਂ ਤੋਂ ਬਿਨਾਂ ਜਿਹਦੇ ਨਾਲ ਅਸੀਂ ਰੱਬ ਬਾਰੇ ਕੁਝ ਕਹਿ ਸਕੀਏ। ਜਿਵੇਂ ਹਰ ਇੱਕ ਵਸਤੂ ਨੂੰ ਮਾਪਣ ਦਾ ਅਲੱਗ ਪੈਰਾਮੀਟਰ ਹੈ ਨਾ। ਲਿਕੁਇਡ ਵਸਤੂ ਨੂੰ ਮਾਪਣ ਲਈ ਅਲੱਗ ਪੈਰਾਮੀਟਰ ਹੈ, ਠੋਸ ਵਸਤੂਆਂ ਨੂੰ ਮਾਪਣ ਦੇ ਲਈ ਅਲੱਗ ਤਰੀਕਾ ਹੈ। ਪਰ ਰੱਬ ਨੂੰ ਮਾਪਣ ਦੇ ਲਈ ਸਾਡੇ ਕੋਲ ਇੱਕੋ ਹੀ ਢੰਗ ਹੈ ਤੇ ਮਾਪ ਨਹੀਂ ਸਕੇ ਅਸੀਂ। ਬਸ ਸ਼ਬਦ ਨੇ ਸਾਡੇ ਕੋਲ, ਉਹ ਵੀ ਕੁਝ ਲਿਮਟ ਵਿੱਚ ਨੇ। ਸ਼ਬਦ ਵੀ ਲਿਮਟ ਵਿੱਚ ਨੇ। ਅਸੰਖ ਕਹਿਣਾ ਵੀ ਸਿਰ ਭਾਰ ਹੋਏ। ਮਤਲਬ ਜੇ ਅਸੀਂ ਇਹ ਕਹਿੰਦੇ ਨਾ ਰੱਬਾ ਤੂੰ ਬੇਅੰਤ ਹੈ, ਤੇ ਇਹ ਵੀ ਸਾਡੇ ਸਿਰ ਭਾਰ ਹੀ ਹੈ, ਕਿਉਂਕਿ ਉਹਦੇ ਲਈ ਬੇਅੰਤ ਲਫ਼ਜ਼ ਵਰਤਣਾ ਵੀ ਉਹਦੇ ਬਾਰੇ ਚ ਕੁਛ ਕਹਿਣ ਦੇ ਬਰਾਬਰ ਨਹੀਂ। ਪਰ ਸਤਿਗੁਰੂ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਅੱਜ 21ਵੀਂ ਪੌੜੀ ਦੇ ਰਾਹੀਂ ਇਹੋ ਸਮਝਾਉਣ ਦੀ ਸਾਨੂੰ ਕੋਸ਼ਿਸ਼ ਕੀਤੀ, ਭਾਈ ਰੱਬ ਦੀ ਕੁਦਰਤ ਹੈ, ਉਹਦੇ ਬਾਰੇ ਵਿੱਚ ਅੰਦਾਜ਼ੇ ਲਾਉਣੇ, ਤਕਾਜ਼ੇ ਲਾਉਣੇ ਅਸੀਂ ਛੱਡ ਦਈਏ, ਕਿਉਂਕਿ ਉਹਦੇ ਤੋਂ ਬਿਨਾਂ ਇਸ ਸ੍ਰਿਸ਼ਟੀ ਨੂੰ ਕੋਈ ਸਮਝ ਨਹੀਂ ਸਕਦਾ, ਨਾ ਕੋਈ ਜਾਣ ਸਕਦਾ। ਉਹ ਆਪੇ ਹੀ ਬਣਾਉਣ, ਆਪੇ ਹੀ ਬਣਾਉਣ ਵਾਲਾ, ਤੇ ਕਦੋਂ ਬਣਾਈ, ਕਿਵੇਂ ਬਣਾਈ, ਆਪ ਹੀ ਜਾਣਦਾ। ਕਿਹੜੀ ਥਿਤ, ਕਿਹੜੀ ਵਾਰ, ਕਿਹੜੀ ਰੁੱਤ, ਕਿਹੜਾ ਦਿਨ, ਕਿਹੜਾ ਮਾਹ, ਆਪ ਜਾਣਦਾ। ਉਹ ਇਹ ਸਾਰਾ ਕੁਛ ਉਹ ਆਪ ਜਾਣਦਾ। ਇਨਸਾਨਾਂ ਵੱਲੋਂ ਇਸ ਗੱਲ ਦਾ ਕੋਈ ਤਕਾਜ਼ਾ ਨਹੀਂ ਹੈ। ਅੱਜ ਭਾਵੇਂ ਸਮਾਜ ਜਾਂ ਸਾਇੰਟਿਸਟ ਜੋ ਮਰਜ਼ੀ ਆਖਦੇ ਰਹਿਣ, ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਇਹ ਗੱਲ ਮੰਨਣੀ ਪੈਂਦੀ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਸ੍ਰਿਸ਼ਟੀ ਸਾਜਣ ਵਾਲਾ, ਉਹ ਬਣਾ ਰਿਹਾ, ਸਾਜ ਰਿਹਾ। ਕਿਵੇਂ ਸਾਜੀ, ਕਿਵੇਂ ਬਣਾਈ, ਉਹਨਾਂ ਦੇ ਸਾਰਿਆਂ ਦੇ ਹੱਥ ਖੜੇ ਨੇ। ਤੇ ਸਭਨਾਂ ਨੂੰ ਇਹੀ ਗੱਲ ਮੰਨਣੀ ਪੈਂਦੀ ਹੈ ਕਿ ਵੱਡਾ ਸਾਹਿਬ ਹੈ, ਵੱਡੀ ਨਾਈ ਹੈ, ਉਹਦਾ ਹੀ ਕੀਤਾ ਹੋਇਆ ਸਾਰਾ ਕੁਝ ਹੋ ਰਿਹਾ।
ਉਹਦੇ ਤੋਂ ਬਿਨਾ ਸੰਸਾਰ ਉੱਤੇ ਇੱਕ ਰਤਾ ਮਾਤਰ ਮੂਵਮੈਂਟ ਵੀ, ਹਲਚਲ ਵੀ ਨਹੀਂ ਹੋ ਸਕਦੀ। ਉਹ ਆਪ ਕਰਨ ਵਾਲਾ, ਆਪ ਕਰਾਉਣ ਵਾਲਾ, ਸਾਡੇ ਸਾਰੇ ਜੀਵਾਂ ਵਿੱਚ ਬੈਠਾ ਉਹ ਆਪ ਕਰਦਾ ਹੈ, ਆਪ ਹੀ ਉਹ ਕਰਾਉਂਦਾ ਹੈ, ਆਪ ਹੀ ਉਹ ਕਾਰਨ ਬਣ ਜਾਂਦਾ ਹੈ, ਆਪੇ ਹੀ ਕਾਰਨ ਬਣ ਕੇ ਆਪੇ ਹੀ ਕਰਵਾ ਲੈਂਦਾ, ਆਪੇ ਕਰਨ ਵਾਲਾ ਵੀ ਬਣ ਜਾਂਦਾ। ਅਸੀਂ ਆਪਣੇ ਕੋਲੋਂ ਜੇ ਆਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਗੇ ਗਿਆ ਨਾ ਸੋ ਹੈ। ਫਿਰ ਸਾਹਿਬ ਕਹਿੰਦੇ ਜਿਹੜਾ ਆਪਣੇ ਕੋਲੋਂ ਆਖਦਾ ਤੇ ਮੇਰੇ ਸਾਹਿਬ ਕਹਿੰਦੇ ਉਹ ਫਿਰ ਅੱਗੇ ਗਿਆ ਕਦੇ ਸ਼ੋਭਦਾ ਨਹੀਂ। ਮਤਲਬ ਰੱਬ ਦੇ ਦਰ ਉੱਤੇ ਉਹ ਨਹੀਂ ਸ਼ੋਭਾ ਪਾਉਂਦਾ ਜਿਹੜਾ ਰੱਬ ਦੇ ਬਾਰੇ ਵਿੱਚ ਕੋਈ ਆਖਣ ਦੀ ਕੋਸ਼ਿਸ਼ ਜਾਂ ਯਤਨ ਕਰੇ। ਰੱਬ ਦੇ ਬਾਰੇ ਵਿੱਚ ਬਸ ਇਹੋ ਕਿਹਾ ਜਾ ਸਕਦਾ ਹੈ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। हे ਅਕਾਲ ਪੁਰਖ ਪਰਮੇਸ਼ਵਰ ਜੀ, ਬੇਅੰਤੋ ਤੁਸੀਂ ਬੇਅੰਤਾ, ਬੇਅੰਤ ਗੁਣ ਤੇਰੇ ਕੇਤਕ ਗਾਵਾਂ। ਰੱਬ ਜੀ ਮੈਂ ਕਿੰਨੇ ਕੁ ਗੁਣ ਗਾਵਾਂ, ਤੂੰ ਹੈ ਹੀ ਬੇਅੰਤ ਤੇ ਤੇਰੇ ਗੁਣਾਂ ਨੂੰ ਮੈਂ ਕਿਸੇ ਪ੍ਰਕਾਰ ਵੀ ਗਾਇਨ ਨਹੀਂ ਕਰ ਸਕਦਾ, ਕਿਉਂਕਿ ਗਾਉਣ ਵਾਲੀ ਜੀਭਾ ਮੇਰੇ ਕੋਲ ਇੱਕ ਹੈ ਤੇ ਇਸ ਜੀਭਾ ਦੇ ਨਾਲ ਮੈਂ ਕਿੰਨੇ ਕੁ ਗੁਣਾਂ ਦੀ ਤੇਰੀ ਸ਼ੋਭਾ ਕਰਾਂ, ਕਿੰਨੇ ਕੁ ਗੁਣਾਂ ਨੂੰ ਤੇਰਿਆਂ ਨੂੰ ਗਾਵਾਂ। ਸਤਿਗੁਰੂ ਸਾਡੇ ਕੋਲ ਜੀਭਾ ਹੀ ਏਕ ਹੈ, ਪਰ ਤੇਰੇ ਗੁਣ ਅਗੰਮ ਤੇ ਅਗਾਹ ਨੇ। ਹਮਰੀ ਜੀਭਾ ਏਕ ਪ੍ਰਭ ਕੇ ਗੁਣ ਅਗੰਮ ਅਗਾਹ। ਰੱਬ ਜੀ ਤੇਰੇ ਗੁਣ ਬੜੇ ਅਗੰਮ ਤੇ ਅਗਾਹ ਨੇ, ਤੁਸੀਂ ਖੁਦ ਅਪਾਰ ਤੇ ਬੇਅੰਤ ਹੋ। ਮਾਲਕ ਕਿਰਪਾ ਕਰਨ ਕਿਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਏ ਪੂਰਨਿਆਂ ਦੇ ਉੱਤੇ ਸਾਨੂੰ ਚੱਲਣ ਦੀ ਜਾਂਚ ਆ ਜਾਏ। ਅਸੀਂ ਰੱਬ ਦੀ ਬੇਅੰਤਤਾ ਲੱਭਣ ਵਾਲੇ ਪਾਸੇ ਨਾ ਹੋਈਏ, ਰੱਬ ਦੇ ਵਿੱਚ ਸਮਾਉਣ ਲਈ ਅਸੀਂ ਕੋਸ਼ਿਸ਼ ਯਤਨ ਕਰੀਏ। ਉਹਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਕਿਤੇ ਉਹਦੇ ਵਿੱਚ ਸਮਾ ਜਾਈਏ ਤੇ ਸਾਨੂੰ ਆਖਣ ਦੀ ਜਾਂਚ ਆ ਜਾਏ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ। हे ਅਕਾਲ ਪੁਰਖ ਪਰਮੇਸ਼ਵਰ ਜੀ, ਸਾਨੂੰ ਵੀ ਨਵਾਜ ਲਓ, ਆਪਣੇ ਦਰ ਉੱਤੇ ਸਾਨੂੰ ਵੀ ਪ੍ਰਵਾਨ ਲਓ। ਸਤਿਗੁਰੂ ਪਾਤਸ਼ਾਹ ਦੇ ਅੱਗੇ ਰਜੋਈਆਂ ਨਿਤਾ ਪ੍ਰਤੀ ਕਰਦੇ ਰਿਹਾ ਕਰੋ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ
ਸਤਿਗੁਰੂ ਜੀ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।